ਕਾਂਸ਼ੀ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪ੍ਰੇਮ ਭਰੀ ਨਮਸਕਾਰ। ਜੈ ਗੁਰਦੇਵ, ਜੈ ਭੀਮ, ਜੈ ਭਾਰਤ। ਪਿਆਰੇ ਦਰਸ਼ਕੋ, ਮੈਂ ਤੁਹਾਡਾ ਵਿਸ਼ਨ ਦਾਸ ਬੈਂਸ ਦੇਸ਼ ਪ੍ਰਦੇਸ਼ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਇਆ ਹਾਂ। ਔਰ ਹਮੇਸ਼ਾ ਦੀ ਤਰ੍ਹਾਂ ਮੇਰਾ ਸਾਥ ਦੇਣ ਲਈ ਮੇਰੇ ਸਾਥੀ ਸਮਾਜ ਵੀਕਲੀ ਦੇ ਚੀਫ ਐਡੀਟਰ ਦਵਿੰਦਰ ਚੰਦਰ ਜੀ। ਦਵਿੰਦਰ ਜੀ, ਤੁਹਾਡਾ ਸਵਾਗਤ ਹੈ ਕਾਂਸ਼ੀ ਟੀਵੀ 'ਤੇ। ਥੈਂਕ ਯੂ ਵੈਰੀ ਮਚ ਜੀ। ਪਿਆਰੇ ਦਰਸ਼ਕੋ, ਇੱਕ ਸਭ ਤੋਂ ਪਹਿਲਾਂ ਅਸੀਂ ਇੱਕ ਬੇਨਤੀ ਕਰਨੀ ਚਾਹੁੰਦੇ ਹਾਂ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਕਿ ਸੈਚਰਡੇ 30 ਤਰੀਕ ਨੂੰ ਕਾਂਸ਼ੀ ਟੀਵੀ ਵੱਲੋਂ ਡਿਨਰ ਔਰ ਡਾਂਸ ਵੁਲਵਰਹੈਂਪਟਨ ਡੱਲੀ ਰੋਡ ਦੇ ਕਮਿਊਨਿਟੀ ਸੈਂਟਰ ਦੇ ਵਿੱਚ ਸ਼ਾਮ ਨੂੰ 6:30 ਵਜੇ ਤੋਂ 11 ਵਜੇ ਤੱਕ ਪਲੀਜ਼ ਉੱਥੇ ਪਹੁੰਚਣ ਦੀ ਜ਼ਰੂਰ ਖੇਚਲ ਕਰਨੀ ਸਾਡੀ ਇਹ ਬੇਨਤੀ ਹੈਗੀ ਆ। ਕਿਉਂਕਿ ਅਸੀਂ ਟੈਲੀਵਿਜ਼ਨ 'ਤੇ ਤਾਂ ਤੁਹਾਨੂੰ ਪ੍ਰੋਗਰਾਮ ਕਰਦੇ ਰਹਿੰਦੇ ਹਾਂ, ਦਿਖਾਉਂਦੇ ਰਹਿੰਦੇ ਹਾਂ, ਔਰ ਉੱਥੇ ਅਸੀਂ ਆਪ ਲਾਈਵ ਹੋ ਕੇ ਤੁਹਾਡੇ ਸਾਹਮਣੇ ਕੋਈ ਟੈਲੀਵਿਜ਼ਨ ਦਾ ਪ੍ਰੋਗਰਾਮ ਤੁਹਾਨੂੰ ਦੱਸਾਂਗੇ, ਗੱਲਬਾਤ ਕਰਾਂਗੇ, ਔਰ ਤੁਹਾਡੇ ਨਾਲ ਕੋਈ ਮੇਲ ਮਿਲਾਪ ਹੋਊਗਾ। ਔਰ ਇਹੋ ਜਿਹੀਆਂ ਗੱਲਾਂ ਕਈਆਂ ਨੂੰ ਤੁਸੀਂ ਕਦੀ ਮਿਲੇ ਵੀ ਨਹੀਂ, ਉੱਥੇ ਮਿਲੋਗੇ ਔਰ ਬੜੀ ਖੁਸ਼ੀ ਹੁੰਦੀ ਮਿਲ ਕੇ, ਖਾਸ ਤੌਰ 'ਤੇ ਲਾਕਡਾਊਨ ਤੋਂ ਬਾਅਦ। ਸੋ ਪਲੀਜ਼ ਡੋਂਟ ਫੋਰਗੈਟ ਸੈਚਰਡੇ 30 ਤਰੀਕ ਨੂੰ ਡੱਲੀ ਰੋਡ ਸ਼੍ਰੀ ਗੁਰੂ ਰਵਿਦਾਸ ਕਮਿਊਨਿਟੀ ਸੈਂਟਰ 6:30 ਵਜੇ ਤੋਂ 10-11 ਵਜੇ ਤੱਕ। ਥੈਂਕ ਯੂ ਵੈਰੀ ਮਚ। ਹਾਂਜੀ ਦਵਿੰਦਰ ਜੀ, ਤੁਸੀਂ ਕੁਝ ਕਹਿਣਾ ਚਾਹੁੰਦੇ? ਹਾਂ, ਥੈਂਕ ਯੂ ਵੈਰੀ ਮਚ ਜੀ। ਇੱਕ ਤਾਂ ਪਹਿਲਾਂ ਤਾਂ ਤੁਹਾਨੂੰ ਮੈਂ ਵਧਾਈ ਦਿੰਦਾ ਤੁਹਾਡੇ ਪ੍ਰੋਗਰਾਮ ਦੀ। ਥੈਂਕ ਯੂ ਜੀ। ਕਿ ਤੁਹਾਡਾ ਪ੍ਰੋਗਰਾਮ ਲੋਕਾਂ ਨੂੰ ਬਹੁਤ ਪਸੰਦ ਆ ਰਿਹਾ। ਅੱਛਾ। ਔਰ ਉਸੇ ਪ੍ਰੋਗਰਾਮ ਨੂੰ ਪਸੰਦ ਕਰਦਿਆਂ ਇੱਕ ਸਾਡੇ ਸਾਥੀ ਆ ਲੰਡਨ ਤੋਂ ਜੀ ਮਦਨ ਸਰੋਏ ਜੀ ਬਹੁਤ ਸੀਨੀਅਰ ਮਤਲਬ ਸਾਥੀ ਹੈ ਕਿ ਬੜੇ ਇੰਟੈਲੀਜੈਂਟ ਪੁਰਾਣੇ ਅੰਬੇਡਕਰਾਈਟਸ ਆ। ਔਰ ਉਹਨਾਂ ਨੇ ਤੁਹਾਡੇ ਪ੍ਰੋਗਰਾਮ ਤੋਂ ਖੁਸ਼ ਹੋ ਕੇ ਕਾਂਸ਼ੀ ਟੀਵੀ ਲਈ 100 ਪਾਉਂਡ ਮਤਲਬ ਹੈਲਪ ਵਾਸਤੇ ਭੇਜੇ ਹੈਗੇ ਆ। ਵੈਰੀ ਮੈਨੀ ਥੈਂਕਸ ਮਦਨ ਸਰੋਏ ਜੀ ਤੁਹਾਡਾ, ਔਰ ਪ੍ਰੋਗਰਾਮ ਦੇਖਣ ਦਾ ਔਰ ਕਾਂਸ਼ੀ ਟੀਵੀ ਦੀ ਮਾਲੀ ਸਹਾਇਤਾ ਕਰਨ ਦਾ ਵੀ ਬਹੁਤ ਤੁਹਾਡਾ ਧੰਨਵਾਦ ਆ। ਪਿਆਰੇ ਦਰਸ਼ਕੋ, ਇਸੇ ਤਰ੍ਹਾਂ ਹੀ ਕਾਂਸ਼ੀ ਟੀਵੀ ਦੀ ਹੈਲਪ ਕਰਦੇ ਰਹੋ। ਕਾਂਸ਼ੀ ਟੀਵੀ ਤੁਹਾਡੇ ਲਈ ਨਵੇਂ ਪ੍ਰੋਗਰਾਮ ਔਰ ਜਿਸ ਤਰ੍ਹਾਂ ਦੇ ਤੁਹਾਨੂੰ ਪਸੰਦ ਆਉਂਦੇ ਉੱਦਾਂ ਦੇ ਪ੍ਰੋਗਰਾਮ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਔਰ ਬਾਕੀ ਸਾਰਿਆਂ ਨੂੰ ਵੀ, ਸੁਣਨ ਵਾਲਿਆਂ ਨੂੰ ਔਰ ਦੇਖਣ ਵਾਲਿਆਂ ਨੂੰ ਬੇਨਤੀ ਹੈ ਕਿ ਕਾਂਸ਼ੀ ਟੀਵੀ ਦੀ ਮਦਦ ਕਰੋ। ਕਾਂਸ਼ੀ ਟੀਵੀ ਜੋ ਹੈ ਉਹ ਤੁਹਾਡਾ ਹੀ ਹੈ ਔਰ ਅਸੀਂ ਵੀ ਤੁਹਾਡੇ ਹਾਂ। ਆਪਾਂ ਰਲ ਮਿਲ ਕੇ ਇੱਕ ਪਰਿਵਾਰ ਹੈ ਔਰ ਜੋ ਵੀ ਕਮਿਊਨਿਟੀ ਦੀ ਗੱਲਬਾਤ ਉਹਨੂੰ ਅੱਗੇ ਆਪਾਂ ਰਲ ਮਿਲ ਕੇ ਲਿਆ। ਮੇਰੇ ਵੱਲੋਂ ਵੀ ਮਦਨ ਸਰੋਏ ਜੀ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ। ਇੱਦਾਂ ਗਾਹਾਂ ਵੀ ਹੈਲਪ ਕਰਦੇ ਰਹੋ ਅਤੇ ਬਹੁਤ ਵਧੀਆ। ਥੈਂਕ ਯੂ ਜੀ। ਪਿਆਰੇ ਦਰਸ਼ਕੋ, ਪਿਛਲੇ ਪ੍ਰੋਗਰਾਮ ਦੇ ਵਿੱਚ ਮੈਂ ਇੱਕ ਗੱਲ ਕਹੀ ਸੀ ਕਿ ਦਿੱਲੀ ਬਾਰਡਰ 'ਤੇ ਕਿਸਾਨਾਂ ਦਾ ਜੋ ਅੰਦੋਲਨ ਚੱਲ ਰਿਹਾ, ਉੱਥੇ ਇੱਕ ਬਹੁਤ ਹੀ ਬੇਰਹਿਮੀ ਨਾਲ ਕਤਲ ਹੋਇਆ। ਬੜੀ ਮੰਦਭਾਗੀ ਜਿਹੜੀ ਹੈਗੀ ਆ ਉਹ ਘਟਨਾ ਹੈਗੀ ਆ। ਔਰ ਦਿੱਲੀ ਨਹੀਂ, ਪੰਜਾਬ, ਹਰਿਆਣਾ ਨਹੀਂ, ਸਾਰੀ ਦੁਨੀਆ ਦੇ ਵਿੱਚ ਇਹ ਜਿਹੜੀ ਖਬਰ ਹੈ ਅੱਗ ਵਾਂਗੂ ਫੈਲ ਗਈ ਔਰ ਇਹਦੇ 'ਤੇ ਬਹੁਤ ਚਰਚਾ ਹੋ ਰਹੀ ਹੈ ਪਿਆਰੇ ਦਰਸ਼ਕੋ। ਔਰ ਅਸੀਂ ਇਹ ਬੇਨਤੀ ਕੀਤੀ ਸੀਗੀ ਕਿ ਜਦ ਸਾਨੂੰ ਕੋਈ ਇਹਦਾ ਸਿਰ ਪੈਰ ਪਤਾ ਲੱਗੂਗਾ ਜਾਂ ਗੁੱਥੀ ਖੁੱਲੂਗੀ ਤਾਂ ਅਸੀਂ ਤੁਹਾਡੇ ਸਾਹਮਣੇ ਕੋਈ ਨਾ ਕੋਈ ਇਹਦੇ ਬਾਰੇ ਪ੍ਰੋਗਰਾਮ ਲੈ ਕੇ ਜ਼ਰੂਰ ਆਵਾਂਗੇ। ਹੁਣ ਇਹ ਹੈਗਾ ਕਿ ਪੂਰੀ ਗੁੱਥੀ ਨਹੀਂ ਖੁੱਲ੍ਹੀ ਹੈਗੀ ਆ, ਗੰਢਾਂ ਹੈਗੀਆਂ ਉਹ, ਕਿਉਂਕਿ ਐਡਾ ਵੱਡਾ ਜ਼ੁਲਮ ਹੋਇਆ, ਕਤਲ ਹੋਇਆ ਔਰ ਉਹਦੀਆਂ ਜਿਹੜੀਆਂ ਗੰਢਾਂ ਹੈਗੀਆਂ ਉਹ ਆਹਿਸਤਾ ਆਹਿਸਤਾ ਖੁੱਲ੍ਹ ਰਹੀਆਂ। ਔਰ ਜੋ ਕੁਝ ਵੀ ਸਾਡੇ ਦੇਖਣ ਸੁਣਨ ਦੇ ਵਿੱਚ ਆਇਆ ਹੈਗਾ ਔਰ ਉਹ ਤੁਹਾਡੇ ਸਾਹਮਣੇ ਅਸੀਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹਾਂ। ਔਰ ਖ਼ਾਸ ਤੌਰ 'ਤੇ ਇਹ ਹੈਗੀ ਆ ਗੱਲ ਕਹਿਣੀ ਸਭ ਤੋਂ ਪਹਿਲਾਂ ਦਵਿੰਦਰ ਜੀ ਕਿ ਇੰਡੀਆ ਦਾ ਜਿਹੜਾ ਮੇਨ ਮੀਡੀਆ ਹੈਗਾ, ਟੈਲੀਵਿਜ਼ਨ ਔਰ ਟੈਬਲੋਇਡ ਅਖਬਾਰਾਂ ਜਿਹੜੀਆਂ ਹੈਗੀਆਂ, ਉਹਨਾਂ ਨੇ ਬਿਲਕੁਲ ਇਸ ਖਬਰ ਨੂੰ ਬਲੈਕ ਆਊਟ ਕੀਤਾ ਹੈ ਜੀ। ਔਰ ਪਿਆਰੇ ਦਰਸ਼ਕੋ, ਬਲੈਕ ਆਊਟ ਕਰਨ ਦਾ ਮਤਲਬ ਬਿਲਕੁਲ ਉਹ ਦੱਸਦੇ ਨਹੀਂ। ਇੱਕ ਸ਼ਾਹਰੁਖ ਖਾਨ ਦਾ ਮੁੰਡਾ ਫੜਿਆ ਹੈ ਡਰੱਗ ਦੇ ਵਿੱਚ, ਅੱਜ ਉਹਦੀ ਬੇਲ ਹੋ ਗਈ ਆ ਔਰ 24 ਘੰਟੇ ਉਹਨਾਂ ਦੇ ਸਾਰੇ ਚੈਨਲਾਂ ਦੇ ਉੱਤੇ ਉਹੋ ਹੀ ਪ੍ਰੋਗਰਾਮ ਚੱਲਦਾ ਜੀ। ਐਡੀ ਵੱਡੀ ਆਹ ਘਟਨਾ ਹੋਈ ਔਰ ਹੋਰ ਮੁਲਕ ਦੇ ਵਿੱਚ ਬਹੁਤ ਵੱਡੀਆਂ ਘਟਨਾ ਹੁੰਦੀਆਂ ਔਰ ਜ਼ੁਲਮ ਸਿਤਮ ਵੀ ਹੁੰਦੇ ਆ, ਕੋਈ ਹੋਰ ਖਬਰਾਂ ਵੀ ਹੁੰਦੀਆਂ ਔਰ ਜਿਹੜਾ ਹੈਗਾ ਕਿਸਾਨਾਂ ਦਾ ਅੰਦੋਲਨ ਹੈਗਾ ਉਹਦੇ ਬਾਰੇ ਬਹੁਤ ਕੁਝ ਹੋ ਰਿਹਾ।
ਔਰ ਉਹ ਜਿਹੜੇ ਮੇਨ ਖਬਰਾਂ ਹੈਗੀਆਂ ਦੇਣੇ ਵਾਲੇ ਟੈਲੀਵਿਜ਼ਨ ਔਰ ਅਖਬਾਰਾਂ ਬਿਲਕੁਲ ਉਹ ਕੋਈ ਖਬਰ ਨਹੀਂ ਦੇ ਰਹੇ। ਐਕਟਰਾਂ ਦੀਆਂ ਔਰ ਉੱਥੇ ਦੀ ਡਰੱਗ ਦੀ ਖਬਰ ਜਿਹੜੀ ਆ ਉਹੀ ਉਹਦੇ ਤੇ ਛਾਈ ਹੋਈ ਆ। ਲੋਕਾਂ ਦਾ ਧਿਆਨ ਦੂਜੇ ਪਾਸੇ ਲਾਉਣ ਲਈ ਬਿਲਕੁਲ ਦੇਖੋ ਨਾ, ਆਪਣੇ ਗੁਜਰਾਤ ਦੇ ਵਿੱਚ 3000 ਕਿਲੋਗ੍ਰਾਮ ਜਿਹੜੀ ਅਫੀਮ ਫੜੀ ਗਈ, ਉੱਥੋਂ ਮਤਲਬ ਡਰੱਗ ਫੜੇ ਗਏ, ਉਹਦਾ ਜ਼ਿਕਰ ਨਹੀਂ ਕੀਤਾ, ਮਾੜਾ ਜਿਹਾ ਮੈਂਸ਼ਨ ਕਰਕੇ ਤਾਂ ਉਹ ਇੱਧਰ ਉੱਧਰ ਕਰ ਦਿੱਤਾ। ਮਤਲਬ ਉਹਦਾ ਕੀ ਬਣਿਆ ਹਾਲੇ ਤੱਕ ਉਹ ਕੋਈ ਨਹੀਂ ਆਉਂਦਾ ਹੈਗਾ। ਜਿਹੜਾ ਇੱਕ ਮਤਲਬ ਇਹ ਵੀ ਦੱਸਦੇ ਆ ਕਿ ਜਿਹੜਾ ਸ਼ਾਹਰੁਖ ਖਾਨ ਦੇ ਲੜਕੇ ਦੇ ਆਨ ਦੀ ਮਤਲਬ ਹੈਗਾ, ਉਹਦੇ ਵਿੱਚ ਵੀ BJP ਦੇ ਕਈ ਲੀਡਰ ਤੁਰੇ ਫਿਰਦੇ ਵਿੱਚ, ਉਹ ਪੜਦਾ ਤਾਂ ਹੀ ਪਾਉਂਦੇ ਆ, ਮਤਲਬ ਉਹ ਪੁਲਿਸ ਦੇ ਥਾਂ ਉਹੀ ਉਹਨੂੰ ਅਰੈਸਟ ਕਰੀ ਫਿਰਦੇ ਆ, ਲਈ ਫਿਰਦੇ ਹੈਗੇ। ਬਿਲਕੁਲ ਬਸ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਕੁਛ ਇਸ ਤਰੀਕੇ ਨਾਲ ਆਉਂਦਾ, ਮਤਲਬ ਜਿਹੜਾ ਲੋਕਾਂ ਦਾ ਰੁਝਾਨ ਹੈਗਾ, ਲੋਕਾਂ ਦੇ ਜਿਹੜੀ ਧਿਆਨ ਹੈਗਾ ਦੂਜੇ ਪਾਸੇ ਡਾਈਵਰਟ ਕਰਨ ਵਾਸਤੇ ਉਹ ਸਾਰਾ ਕੁਛ ਕਰਦੇ ਹੈਗੇ। ਬਿਲਕੁਲ। ਔਰ ਇਹ ਜਿਹੜਾ ਹੈਗਾ ਦਿੱਲੀ ਬਾਰਡਰ ਦੇ ਉੱਤੇ, ਸਿੰਘੂ ਬਾਰਡਰ ਦੇ ਉੱਤੇ ਜਿਹੜਾ ਕਤਲ ਹੋਇਆ, ਔਰ ਇਹ 15 ਤਰੀਕ ਦੁਸਹਿਰੇ ਵਾਲੇ ਦਿਨ ਜਿਹੜਾ ਕਤਲ ਹੋਇਆ ਲਖਵੀਰ ਸਿੰਘ, ਔਰ ਉਹਦੇ ਬਾਰੇ ਵੀ ਜਿਹੜਾ ਇਹ ਹੈਗਾ ਕਿ ਅਸੀਂ ਇਹ ਬੇਨਤੀ ਕਰਾਂਗੇ ਪਿਆਰੇ ਦਰਸ਼ਕੋ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਵੀ ਕਿਸੇ ਨੇ ਵੀ ਹਿੱਸਾ ਲੈਣਾ ਹੈਗਾ ਬਿਲਕੁਲ ਨਿਰਪੱਖ ਹੋ ਕੇ, ਕੋਈ ਧਾਰਮਿਕ ਵਾਦ ਵਿਵਾਦ ਛੇੜਨ ਦੀ ਜ਼ਰੂਰਤ ਨਹੀਂ ਹੈਗੀ, ਕੋਈ ਇਹ ਆ ਕਿ ਧਾਰਮਿਕ ਮਖੌਟਾ ਪਹਿਨ ਕੇ ਗੱਲ ਕਰਨ ਦੀ ਜ਼ਰੂਰਤ ਨਹੀਂ ਹੈ। ਬਿਲਕੁਲ ਗੱਲ ਨੂੰ ਬੈਲੈਂਸ ਦੇ ਵਿੱਚ ਰੱਖ ਕੇ ਸੋਚੋ ਕਿ ਜੋ ਕੁਝ ਹੋਇਆ ਕੀ ਇਹ ਸਹੀ ਹੋਇਆ, ਗਲਤ ਹੋਇਆ, ਇਹ ਕਾਹਤੇ ਹੋਇਆ। ਮੈਂ ਕੁਝ ਸਵਾਲ ਲਿਖੇ ਹੋ ਆ ਜਿਹੜੇ ਕਿ ਮੈਂ ਇਕੱਲਾ ਹੀ ਨਹੀਂ, ਜਿਹੜਾ ਸੋਸ਼ਲ ਮੀਡੀਆ ਹੈਗਾ, ਸਾਰੀ ਦੁਨੀਆ ਦਾ ਸੋਸ਼ਲ ਮੀਡੀਆ ਹੈਗਾ, ਉਹ ਇਹ ਸਵਾਲ ਪੁੱਛ ਰਿਹਾ, ਔਰ ਉਹ ਮੈਂ ਜ਼ਿਆਦਾ ਡਿਟੇਲ 'ਚ ਨਹੀਂ ਜਾਂਦਾ, ਉਹ ਤੁਹਾਡੇ ਸਾਹਮਣੇ ਪਿਆਰੇ ਦਰਸ਼ਕੋ ਸਵਾਲ ਹੀ ਰੱਖਦਾ ਕਿ ਉਹਨਾਂ ਦਾ ਹੱਲ ਜਿਹੜਾ ਹੈਗਾ ਉਹ ਟੋਲਿਆ ਜਾਵੇ, ਕਿਉਂਕਿ ਉੱਥੇ ਦੀ ਜਿਹੜੀ ਹੈਗੀ ਆ ਸਰਕਾਰੀ ਮਸ਼ੀਨਰੀ ਹੈਗੀ ਆ ਜਾਂ ਪੁਲਿਸ ਹੈਗੀ ਆ, ਉਹ ਵੀ ਬਿਲਕੁਲ ਉੱਥੇ ਹਾਲੇ ਚੁੱਪ ਕਰਕੇ ਬੈਠੀ ਹੈ, ਸਰਕਾਰਾਂ ਚੁੱਪ ਕਰਕੇ ਬੈਠੀਆਂ ਹੈਗੀਆਂ ਇਸ ਮਸਲੇ ਦੇ ਉੱਤੇ। ਔਰ ਉਹਨਾਂ ਦੇ ਬਾਰੇ ਇਹ ਆ ਕਿ ਬਹੁਤ ਸਾਰੇ ਸਵਾਲ ਹੈ। ਸਵਾਲ ਇਸ ਤਰ੍ਹਾਂ ਕਿ ਇੱਕ ਆਦਮੀ ਲਖਵੀਰ ਸਿੰਘ, ਇਹ ਆ ਕਿ ਉਹ ਕਦੀ ਪਿੰਡ ਤੋਂ 10 ਮੀਲ ਬਾਹਰ ਨਹੀਂ ਗਿਆ ਜੀ, ਔਰ ਉਹ ਸਿੰਘੂ ਬਾਰਡਰ 'ਤੇ ਦਿੱਲੀ ਦੇ ਬਾਰਡਰ 'ਤੇ ਉਹ ਕਿਸ ਤਰ੍ਹਾਂ ਪਹੁੰਚ ਗਿਆ, ਔਰ ਉਹਦੇ ਕੋਲ ਸਿਰਫ 10 ਰੁਪਏ ਘਰੋਂ ਲੈ ਕੇ ਗਿਆ, 50 ਰੁਪਏ ਘਰੋਂ ਲੈ ਕੇ ਗਿਆ ਸੀ। ਟੈਲੀਵਿਜ਼ਨ 'ਤੇ ਤੁਹਾਡੇ ਸਾਹਮਣੇ ਫੋਟੋ ਆ ਰਹੀ ਆ, ਘਰੋਂ 50 ਰੁਪਏ ਉਹ ਆਪਣੀ ਭੈਣ ਦੇ ਕੋਲੋਂ ਲੈ ਕੇ ਗਿਆ ਸੀ, ਉਹਦੇ ਕੋਲ ਪੈਸੇ ਵੀ ਹੈ ਨਹੀਂ ਸੀਗੇ। ਔਰ ਜਿਹੜਾ 30 ਲੱਖ ਦੀਆਂ ਗੱਲਾਂ ਹੁੰਦੀਆਂ ਹੈਗੀਆਂ, ਉਹ ਜੇ ਉਹਦੇ ਕੋਲ 30 ਲੱਖ ਹੁੰਦੇ ਤਾਂ 50 ਰੁਪਏ ਉਹ ਲੈ ਕੇ ਘਰੋਂ ਜਾਂਦਾ। ਔਰ ਜਿਸਲੇ ਉਹਦਾ ਕਤਲ ਵੀ ਹੋਇਆ, ਉਹ ਜਿਹੜੇ 50 ਜਾਂ 30 ਲੱਖ ਰੁਪਈਆ ਸੀਗਾ ਉਹਦਾ ਕੀ ਹੋਇਆ, ਉਹ ਦਿੱਲੀ ਬਾਰਡਰ 'ਤੇ ਕਿਸ ਤਰ੍ਹਾਂ ਪਹੁੰਚਾ, ਉਸ ਨੂੰ ਕੌਣ ਲੈ ਕੇ ਗਿਆ। 50 ਰੁਪਈਆਂ ਦੇ ਨਾਲ ਗੱਡੀ ਮੋਟਰ ਬੈਠ ਕੇ ਤਾਂ ਨਹੀਂ ਉਹ ਜਾ ਸਕਦਾ ਸੀਗਾ, ਕੋਈ ਨਾ ਕੋਈ ਉਹਨੂੰ ਲੈ ਕੇ ਗਿਆ, ਹਵਾ 'ਚ ਨਹੀਂ ਉੜ ਕੇ ਗਿਆ, ਗੱਡੀ ਮੋਟਰ ਪ੍ਰਾਈਵੇਟ ਕਾਰ 'ਚ ਬਿਠਾ ਕੇ ਲਗਾਏ ਹੋਗੇ, ਟਰੈਕਟਰ ਟਰਾਲੀ ਦੇ ਵਿੱਚ ਬਿਠਾ ਕੇ ਲਗਾਏ ਹੋਗੇ। ਔਰ ਫਿਰ ਇਹ ਆ ਕਿ ਪਿੰਡ ਦੇ ਜਿਹੜੇ ਲੋਕ ਆ, ਸਰਪੰਚ ਸਣੇ, ਉਹ ਇਹ ਆ ਕਿ ਗਵਾਹੀਆਂ ਦੇ ਰਿਹਾ ਕਿ ਉਹ ਨਸ਼ਾ ਪਤਾ ਜ਼ਰੂਰ ਕਰਦਾ ਸੀਗਾ, ਪਰ ਉਹ ਬੜਾ ਧਾਰਮਿਕ ਬੰਦਾ ਸੀਗਾ। ਉਹਦੇ ਘਰ ਦੀਆਂ ਪਿਕਚਰਾਂ ਦਿਖਾਈਆਂ ਗਈਆਂ, ਇਹ ਗੁਰੂ ਨਾਨਕ ਦੇਵ ਜੀ ਸਾਹਿਬ ਸ਼੍ਰੀ 10ਵੇਂ ਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੀਆਂ ਫੋਟੋਆਂ ਉਹਨਾਂ ਨੇ ਕੰਧਾਂ 'ਤੇ ਲਾਈਆਂ ਆ, ਹੋਰ ਦੇਵੀ ਦੇਵਤਿਆਂ ਦੀਆਂ ਵੀ ਲਾਈਆਂ ਆ। ਔਰ ਇੱਕ ਔਰਤ ਜਿਹੜੀ ਆ ਘਰ ਵਿੱਚ ਪਾਠ ਕਰਦੀ ਹੋਵੇ ਨਾ, ਉਹ ਕਹਿੰਦੇ ਆ ਪਾਠ ਕਰਦੀ ਜਾਂ ਗੁਰਬਾਣੀ ਦਾ ਪਾਠ ਕਰਦੀ ਜਾਂ ਟੇਪ ਉੱਤੇ ਹੀ ਲਾ ਦੇਵੇ। ਉਹਨੇ ਇਹ ਕਿਹਾ ਕਿ ਜੇ ਅਸੀਂ ਰੇਡੀਓ ਦੇ ਉੱਤੇ ਟੈਲੀਵਿਜ਼ਨ 'ਤੇ ਇਹੋ ਜਿਹਾ ਪ੍ਰੋਗਰਾਮ ਲਾ ਦਈਏ ਤਾਂ ਉਹ ਉੱਠ ਕੇ ਚਲਾ ਜਾਂਦਾ ਹੈ, ਕਿਉਂਕਿ ਲੋਕਾਂ ਦੇ ਘਰੇ ਕੰਮ ਕਰਦਾ ਹੈਗਾ, ਦਿਹਾੜੀ ਟੱਪਾ ਕਰਦਾ ਹੈਗਾ। ਉਹ ਕਹਿੰਦੇ ਕਿ ਉਹ ਬਾਹਰ ਚਲਾ ਜਾਂਦਾ। ਅਸੀਂ ਉਹਨੂੰ ਕਿਹਾ ਕਿ ਤੂੰ ਬੈਠਾ ਰਹਿ, ਕਹਿੰਦਾ ਵੀ ਨਹੀਂ ਮੈਂ ਥੋੜ੍ਹਾ ਜਿਹਾ ਗਲਾਸੀ ਲੈ ਜੂਗਾ, ਗੁਰਬਾਣੀ ਹੈ। ਹਾਂ ਗੁਰਬਾਣੀ ਹੈ। ਮੈਂ ਉਹ ਦੱਸਦੇ ਆ ਕਿ ਜਦੋਂ ਗੁਰਦੁਆਰੇ ਵੀ ਜਾਂਦੇ ਸੀ, ਜੇ ਉਹਦਾ ਕਦੇ ਨਸ਼ਾ ਲੱਗਾ ਹੁੰਦਾ ਜਾਂ ਕਿੱਦਾਂ, ਤਾਂ ਗੁਰਦੁਆਰੇ ਅੰਦਰ ਨਹੀਂ ਸੀ ਜਾਂਦਾ, ਅੰਦਰ ਨਹੀਂ, ਬਾਹਰ ਬੈਠਾ ਬਾਹਰ ਬਹਿ ਜਾਂਦੇ, ਬਾਹਰ ਹੀ ਮੈਂ ਪ੍ਰਸ਼ਾਦ ਇੱਥੇ ਲੈ ਲਊ ਜਾਂ ਕਿੱਦਾਂ ਇੱਥੇ ਸੁਣ ਲਊਗਾ। ਬਿਲਕੁਲ ਬਿਲਕੁਲ। ਔਰ ਫਿਰ ਇਹ ਆ ਕਿ ਉਸ ਬਾਰਡਰ ਦੇ ਉੱਤੇ ਕਹਿੰਦੇ ਆ ਕਿ ਨਿਹੰਗ ਸਿੰਘਾਂ ਦੇ ਅਲੱਗ-ਅਲੱਗ ਗਰੁੱਪ ਆ, ਤੁਹਾਨੂੰ ਪਤਾ ਉਹ 8 ਗਰੁੱਪ ਆ, ਔਰ ਸਿੰਘਾਂ ਦੇ ਜਿਹੜੇ ਉਹ 8 ਗਰੁੱਪ ਆ। ਔਰ ਫਿਰ ਉਹ ਇਸੇ ਗਰੁੱਪ ਦੇ ਵਿੱਚ ਕਿਉਂ ਉੱਥੇ ਗਿਆ? ਇੱਕ ਤਾਂ ਉਹ ਮੋਨਾ ਹੈਗਾ, ਉੱਥੇ ਮੋਨਿਆਂ ਦੇ ਵੀ ਹੈਗੇ ਆ,
ਜ਼ਿਮੀਂਦਾਰਾਂ ਦੇ ਵੀ ਹੈਗੇ, ਕਿਸਾਨਾਂ ਦੇ ਵੀ, ਬਾਕੀਆਂ ਦੇ ਵੀ ਹੈਗੇ। ਉਹ ਜਿਹੜੇ ਤੰਬੂ ਹੈਗੇ ਆ, ਉਸ ਜਿਹੜੇ ਹੈਗੇ ਆ ਨਿਹੰਗ ਸਿੰਘਾਂ ਦੇ ਹੀ ਤੰਬੂ ਦੇ ਵਿੱਚ ਕਿਉਂ ਗਿਆ। ਔਰ ਉਸ ਤੋਂ ਬਾਅਦ ਹੈਗਾ ਕਿ ਬੇਅਦਬੀ ਕਰਦੇ ਉਹਨੂੰ ਫੜਿਆ ਗਿਆ। ਉਹਦੀ ਅੱਜ ਤਾਈਂ ਕੋਈ ਵੀਡੀਓ ਨਹੀਂ। ਸਟੇਟਮੈਂਟ ਇਹੀ ਦਿੰਦੇ ਆ ਕਿ ਉਹਨੂੰ ਬੇਅਦਬੀ ਕਰਦੇ ਨੂੰ ਫੜਿਆ ਗਿਆ। ਬੇਅਦਬੀ ਕਾਹਦੀ ਕਰਦਾ, ਇਹਦੇ ਵੀ ਅਲੱਗ-ਅਲੱਗ ਜਿਹੜੇ ਹੈਗੇ ਆ ਉਹਨਾਂ ਦੇ ਬਿਆਨ ਹੈਗੇ ਆ ਕਿ ਚਾਰ ਗ੍ਰੰਥ ਹੈਗੇ ਆ, ਗੁਰੂ ਗ੍ਰੰਥ ਸਾਹਿਬ, ਦਸਮ ਗ੍ਰੰਥ और सब लोक ग्रंथ और आदम ग्रंथ जी है जी, आदि ग्रंथ आदि ग्रंथ। और प्यारे दर्शकों, ये मतलब 8-10 टेपां ਜਿਹੜੀਆਂ ਬਾਹਰ ਰਿਲੀਜ਼ ਹੋਈਆਂ, ਇੱਧਰ ਉੱਧਰ ਘੁੰਮ ਰਹੀਆਂ। ਉਹਨਾਂ ਦੇ ਵਿੱਚ ਜਿਹੜੇ ਉਹ ਨਿਹੰਗ ਸਿੰਘ ਹੈਗੇ ਆ, ਬਾਬਾ ਅਮਨਦੀਪ ਹੈ, ਅਮਨ ਸਿੰਘ ਹੈ ਜੀ, ਉਹਨਾਂ ਦੇ ਵੀ ਬਿਆਨ ਇਹ ਹੈਗੇ ਆ। ਕੋਈ ਕਹਿੰਦਾ ਕਿ ਉਹ ਲੈ ਕੇ ਦੌੜਾ ਜਾਂਦਾ ਸੀਗਾ ਗ੍ਰੰਥ ਸਾਹਿਬ, ਕੋਈ ਕਹਿੰਦਾ ਵੀ ਚੱਕ ਕੇ ਟੋਕਰੀ ਸੁੱਟਿਆ ਸੀ, ਕੋਈ ਕਹਿੰਦਾ ਚੱਕਣੇ ਲੱਗਾ ਸੀ, ਕੋਈ ਕਹਿੰਦਾ ਚੱਕਣ ਲੱਗਾ ਸੀਗਾ ਹੈ ਜੀ, ਤੇ ਕੋਈ ਕਹਿੰਦਾ ਉਹ ਸਿਗਰਟ ਮੂੰਹ ਦੇ ਵਿੱਚ ਪਾਈ ਹੋਈ ਸੀਗੀ। ਮਤਲਬ ਹਰ ਇੱਕ ਦੇ ਜਿਹੜੇ ਬਿਆਨ ਆ ਉਹ ਅਲੱਗ-ਅਲੱਗ ਹੈ। ਕੋਈ ਉਹਦੀ ਵੀਡੀਓ ਨਹੀਂ ਹੈਗੀ ਕਿ ਆਹ ਦੇਖੋ ਜੀ ਤੁਰਿਆ ਜਾਂਦਾ, ਚੱਕ ਕੇ ਦੌੜਾ ਜਾਂਦਾ ਹੈ ਜੀ। ਔਰ ਫਿਰ ਅਲੱਗ-ਅਲੱਗ ਬਿਆਨ ਜਿਹੜੇ ਹੈਗੇ ਆ ਉਹਨਾਂ ਦੀ ਕੋਈ ਵੀ ਉਹਨਾਂ ਨੇ ਅੱਜ ਤਾਈਂ ਉਹ ਸਬੂਤ ਨਹੀਂ ਦਿੱਤਾ ਹੈਗਾ। ਔਰ ਫਿਰ ਉਹਨੇ ਇਹ ਕਹਿੰਦੇ ਆ ਵੀ ਇਹ ਕਿਹਾ ਕਿ ਮੈਂ ਇਕੱਲਾ ਨਹੀਂ ਆ, ਮੇਰੇ ਮਗਰ 19 ਬੰਦੇ ਹੋਰ ਆ ਰਹੇ ਆ ਜੀ, ਸਾਨੂੰ 30-30 ਲੱਖ ਰੁਪਈਆ ਜਿਹੜਾ ਦੇਣਾ ਕਿਸੇ ਨੇ ਕੀਤਾ। ਔਰ ਪਹਿਲੀ ਗੱਲ ਤਾਂ ਇਹ ਆ ਕਿ ਉਸ ਲਖਵੀਰ ਦੇ ਕੋਲ ਜਿਹੜਾ 30 ਲੱਖ ਰੁਪਈਆ ਉਹਨੂੰ ਦਿੱਤਾ ਸੀਗਾ, ਉਹ ਕਿੱਥੇ ਗਿਆ। ਔਰ ਜਿਹੜੇ ਉਹ ਮਗਰੋਂ ਆ ਰਹੇ ਆ ਉਹਨਾਂ ਬਾਰੇ ਉਹ ਬਾਬਿਆਂ ਨੇ, ਨਿਹੰਗ ਸਿੰਘਾਂ ਨੇ ਉਹਦੇ ਬਾਰੇ ਕੁਛ ਪੁੱਛਿਆ ਵੀ ਕੌਣ ਆ, ਕਿੱਥੋਂ ਆ ਗਏ। ਉਹ ਅੱਜ ਤਾਈਂ ਕੋਈ ਉਹਦਾ ਸਿਰ ਪੈਰ ਖੁਰਾ ਖੋਜ ਪਿਆਰੇ ਦਰਸ਼ਕੋ ਬਿਲਕੁਲ ਨਹੀਂ ਨਿਕਲਿਆ। ਔਰ ਫਿਰ ਇਹ ਆ ਕਿ ਅਖੀਰ ਲੋਕ ਇਹ ਕਹਿੰਦੇ ਆ, ਬਹੁਤ ਸਾਰੇ ਲੋਕ ਇਹ ਕਹਿੰਦੇ ਆ ਕਿ ਦਸਮ ਗੁਰੂ ਗੋਬਿੰਦ ਸਿੰਘ ਜੀ 10ਵੇਂ ਪਾਤਸ਼ਾਹ, ਉਹਨਾਂ ਨੇ ਕਦੀ ਕਿਸੇ ਦੀ ਪਿੱਠ ਦੇ ਉੱਤੇ ਵਾਰ ਨਹੀਂ ਕੀਤਾ ਤੇ ਨਾ ਹੀ ਨਿਹੱਥੇ ਦੇ ਉੱਤੇ ਵਾਰ ਕੀਤਾ। ਬਿਲਕੁਲ ਹੈ ਜੀ। ਔਰ ਜਿੱਥੋਂ ਤੱਕ ਇਹ ਸਾਬਤ ਹੁੰਦਾ ਕਿ ਇਹਦੇ ਪਿੱਠ ਤੇ ਵੀ ਵਾਰ ਕੀਤਾ, ਇਹ ਨਿਹੱਥੇ ਤੇ ਵੀ ਵਾਰ ਕੀਤਾ, ਹੱਥ ਪੈਰ ਬੰਨ੍ਹ ਕੇ ਵੀ ਕੀਤਾ। ਔਰ ਕਈ ਲੋਕ ਇਹ ਕਹਿੰਦੇ ਆ ਵੀ ਉਹਨੂੰ ਮਾਰਨਾ ਨਹੀਂ ਚਾਹੀਦਾ ਹੈਗਾ। ਜੇ ਤੁਹਾਨੂੰ ਉਹਦੇ ਕੋਲੋਂ ਸਾਰੀ ਗਵਾਹੀ ਚਾਹੀਦੀ ਸੀਗੀ ਤਾਂ ਉਹਨੂੰ ਜਿੰਦਾ ਰੱਖਦੇ, ਹੱਥ ਪੈਰ ਵੱਢ ਦਿੰਦੇ, ਜਿੰਦਾ ਤਾਂ ਰੱਖਦੇ। ਤੁਸੀਂ ਇੱਥੇ ਤੱਕ ਕੀ ਕਹਿਣਾ ਚਾਹੁੰਦੇ? ਜੇ ਮਤਲਬ ਗੱਲ ਤਾਂ ਇਹੀ ਹੈ ਨਾ, ਜੇ ਉਹ ਜੀਂਦੇ ਹੁੰਦੇ, ਹਾਂ ਲਖਵੀਰ ਸਿੰਘ ਜੇ ਅੱਜ ਜਿੰਦਾ ਹੁੰਦਾ ਤਾਂ ਪੂਰੀ ਸੱਚਾਈ ਦੱਸ ਸਕਦੇ ਸੀ। ਬਿਲਕੁਲ ਬਿਲਕੁਲ। ਮਤਲਬ ਉਹ ਐਕਚੁਅਲੀ ਕਤਲ ਕੀਤਾ ਗਿਆ, ਉਹਨੂੰ ਜਾਣ ਕੇ ਮਾਰਿਆ ਗਿਆ। ਬਿਲਕੁਲ ਬਿਲਕੁਲ। ਉਹਨੂੰ ਬਚਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਗਈ ਕਿ ਇਹਨੂੰ ਬਚਾਇਆ ਜਾਵੇ। ਫਿਰ ਉਹ ਜਿਹੜੀਆਂ ਅਖਬਾਰਾਂ ਦੇ ਵਿੱਚ ਵੀ ਤਸਵੀਰਾਂ ਹੈ ਜੀ, ਇਹ ਜਿਹੜੀ ਦੀ ਟ੍ਰਿਬਿਊਨ ਹੈਗਾ ਇੰਡੀਆ ਦਾ, ਉਹਦੇ ਵਿੱਚ 19 ਤਰੀਕ ਨੂੰ, 15 ਤਰੀਕ ਦਾ ਕਤਲ ਹੈਗਾ, 19 ਤਰੀਕ ਨੂੰ ਬਾਬੇ ਜਿਹੜੇ ਅਮਨ ਸਿੰਘ ਔਰ ਨਾਲ 2-3-4 ਬੰਦੇ ਹੋਰ ਆ, ਉਹਨਾਂ ਦੇ ਨਾਲ ਖਾਣਾ ਖਾਂਦੇ, ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਦੇ, ਉਹਨਾਂ ਦੇ ਨਾਲ ਫੋਟੋਆਂ ਖਿਚਾਉਂਦੇ। ਇਹ ਇੱਕ ਸਾਹਮਣੇ ਆਈ ਆ। ਔਰ ਉਹਦੇ ਵਿੱਚ ਕੌਣ ਸੀਗੇ ਜਰਾ ਦਵਿੰਦਰ ਜੀ ਦੱਸਿਓ ਜਰਾ। ਉਹਦੇ ਵਿੱਚ ਬਹੁਤ ਸਾਰੇ ਹੈਗੇ ਆ। ਉਹਦੇ ਵਿੱਚ ਇੱਕ ਤਾਂ ਜਿਹੜਾ ਨਾ ਮੇਨ ਨਾਂ ਆਉਂਦਾ ਹੈਗਾ ਜੀ, ਗੁਰਮੀਤ ਸਿੰਘ ਸੰਧੂ ਦਾ, ਜਿਹਨੂੰ ਆਪਾਂ ਪਿੰਕੀ ਕੈਟ ਵੀ ਕਹਿੰਦੇ ਹੈਗੇ ਆ ਜੀ, ਜਿਹੜਾ ਕਿ ਜਦੋਂ ਆਪਾਂ ਕਹਿੰਦੇ ਨਾ ਇਹਨਾਂ ਦੇ ਨਾਲ ਜੇਲ੍ਹ ਦੇ ਵਿੱਚ ਆਪਣੇ ਬਾਬਾ ਅਮਨ ਸਿੰਘ ਜਿਹੜੇ ਨਿਹੰਗ ਸਿੰਘ ਦੇ ਆਪਣੇ ਉਸ ਜਥੇ ਦੇ ਹੈੱਡ ਹੈਗੇ ਆ ਜੀ, ਉਹ ਇਹਨਾਂ ਦੇ ਨਾਲ ਜੇਲ੍ਹ 'ਚ ਰਹੇ ਆ ਜੀ। ਉੱਥੇ ਇਹਨਾਂ ਦੀ ਜੇਲ੍ਹ 'ਚ ਮੁਲਾਕਾਤ ਹੋਈ ਆ, ਉਹ ਸੀਗੇ। ਉਹ ਜਿਹੜੇ ਆ ਫਿਰ ਨਾਲ ਜਿਹੜੇ ਆਪਣੇ ਹੈਗੇ ਆ ਮਿਨਿਸਟਰ ਜਿਹੜੇ ਐਗਰੀਕਲਚਰ ਮਿਨਿਸਟਰ, ਉਹ ਵੀ ਨਾਲ ਆ। ਹਾਂਜੀ ਹਾਂਜੀ। ਉਹ ਸਾਰੇ ਮਤਲਬ ਉਹਨਾਂ ਦੇ ਨਾਲ ਫੋਟੋ, ਹੋਰ ਬੀਜੇਪੀ ਦੇ ਕਈ ਬੰਦੇ ਹੈਗੇ ਵਿੱਚ ਇਹਨਾਂ ਦੇ ਨਾਲ ਫੋਟੋ ਹੈਗੀ ਜੀ। ਤੋਮਰ ਜੀ, ਹਾਂਜੀ। ਤੇ ਮੇਰੇ ਖਿਆਲ ਆਪਣੇ ਟੈਕਨੀਸ਼ੀਅਨ ਸਾਹਿਬ ਉਹਨਾਂ ਦੀ ਫੋਟੋ ਦਿਖਾ ਸਕਦੇ ਆ। ਤੋਮਰ ਨਰਿੰਦਰ ਸਿੰਘ ਤੋਮਰ ਦੇਖੋ ਸਾਰੇ ਖੜੇ ਆ। ਉਹਨੂੰ ਸਰੋਪਾ ਦਿੱਤਾ ਹੈਗਾ ਨਾਲ। ਸੋ ਸਾਰੇ ਬੀਜੇਪੀ ਦੇ ਲੀਡਰ ਹੈਗੇ ਆ। ਔਰ ਆਪਾਂ ਨੂੰ ਪਤਾ ਪਿੱਛੇ ਜਦੋਂ 26 ਜਨਵਰੀ ਤੇ ਵੀ ਇੰਸੀਡੈਂਟ ਹੋਇਆ ਸੀਗਾ ਜੀ, ਲਾਲ ਕਿਲੇ ਤੇ ਜਿਹੜਾ ਇੰਸੀਡੈਂਟ ਹੋਇਆ 26 ਜਨਵਰੀ ਦੇ ਉੱਤੇ, ਜਿਹੜਾ ਕੇਸਰੀ ਨਿਸ਼ਾਨ ਸਾਹਿਬ ਉੱਥੇ ਚੜਾਉਂਦੇ ਹੈਗੇ ਆ ਜੀ, ਉਦੋਂ ਵੀ ਇੱਕ ਦੀਪ ਸਿੱਧੂ ਨਾਂ ਦਾ
हाँ जी, हाँ जी, ਯੂ نو ਬੰਦਾ ਜਿਹੜਾ ਸੀਗਾ ਐਕਟਰ ਉਹ ਵੀ ਮਸ਼ਹੂਰ ਹੋਇਆ ਸੀ। ਉਹਦੀਆਂ ਵੀ ਜਿਹੜੀਆਂ ਫੋਟੋ ਸੀਗੀਆਂ ਉਹ ਆਪਣੇ ਪ੍ਰਧਾਨ ਮੰਤਰੀ ਦੇ ਨਾਲ ਔਰ ਹੋਮ ਮਿਨਿਸਟਰ ਦੇ ਨਾਲ ਉਹ ਵੀ ਸੀਗੀਆਂ ਫੋਟੋ, ਉਹਦੀਆਂ ਵੀ ਲੀਕ ਹੋਈਆਂ ਸੀਗੀਆਂ ਜੀ ਜੀ ਬਾਅਦ ਵਿੱਚ। ਔਰ ਆਹ ਜਿਹੜੀਆਂ ਫੋਟੋ ਹੈਗੀਆਂ ਹੁਣ ਜਦੋਂ ਇਹ ਫੋਟੋ ਆਪਾਂ ਦੇਖਦੇ ਹੈਗੇ ਆ, ਜਿਹੜੇ ਨਿਹੰਗ ਸਿੰਘ ਬਾਕੀ ਜਿਹੜੇ ਹੋਰ ਗਰੁੱਪ ਹੈਗੇ ਆ, ਜਿਹੜਾ ਨਿਹੰਗ ਸਿੰਘ ਔਰ ਤੋਮਰ ਦੇ ਗੱਭੇ ਖੜਾ ਸਾਹਮਣੇ ਮੁੱਛਾਂ ਵਾਲਾ ਮੋਟਾ ਜਿਹਾ, ਇਹ ਦੀਪ ਸਿੱਧੂ ਆ। ਦੀਪ ਸਿੱਧੂ ਇਹਨੂੰ ਪਿੰਕੀ ਕੈਟ ਵੀ ਸਾਦੇ ਆ, ਪਿੰਕੀ ਕੈਟ ਵੀ ਕਹਿੰਦੇ ਆ। ਔਰ ਉਹ ਦੀਪ ਸਿੱਧੂ ਹੋਰ ਆ ਜਿਹੜਾ ਦੇਖੋ ਦੀਪ ਸਿੱਧੂ ਆ ਜਿਹੜਾ 26 ਜਨਵਰੀ ਵਾਲੇ ਵਿੱਚ ਜਿਹੜਾ ਇਨਸੀਡੈਂਟ ਵਿੱਚ ਜਿਹੜਾ ਇਨਵੋਲਵ ਸੀਗਾ। ਹਾਂਜੀ, ਔਰ ਦੇਖੋ ਇਹ ਆ ਕਿ ਮੈਂ ਦਿਓ ਜਰਾ ਸੌਰੀ, ਦੇਖੋ ਇਹਦੇ ਵਿੱਚ ਵੀ ਪਿਆਰੇ ਦਰਸ਼ਕੋ ਬਹੁਤ ਸਾਰੀਆਂ ਗੱਲਾਂ ਹੈਗੀਆਂ ਜਿਹੜੀਆਂ ਇਹ ਆਪਾਂ ਨੂੰ ਸਵਾਲ ਹੀ ਹੈਗੇ ਆ, ਤੁਹਾਤੋਂ ਅਸੀਂ ਪੁੱਛਦੇ ਹਾਂ ਕਿ 10 ਲੱਖ ਰੁਪਏ ਉਹ ਜਿਹੜਾ ਬਾਬਾ ਬਾਬਾ ਅਮਨ ਸਿੰਘ ਹੈ, ਉਹ ਕਹਿੰਦਾ ਕਿ ਮੈਨੂੰ 10 ਲੱਖ ਰੁਪਈਆ ਉਹ ਦਿੰਦੇ ਸੀਗੇ। ਉਹ ਕਾਹਦਾ ਦਿੰਦੇ ਸੀ ਉਹਨਾਂ ਨੇ ਇਹ ਬਿਲਕੁਲ ਨਹੀਂ ਖੋਲ੍ਹਿਆ ਗੱਲ। ਔਰ ਜਿਹੜੇ ਹੈਗੇ ਆ ਸਰਦਾਰ ਜੀ ਹੈਗੇ ਆ, ਉਹ ਗੱਭੇ ਤੁਸੀਂ ਪਿਕਚਰ ਦੇ ਵਿੱਚ ਦੇਖੇ ਹੈਗੇ ਆ, ਲਾਲ ਜੀ ਪੱਗ ਵਾਲੇ ਹੈਗੇ ਆ, ਉਹ ਵੀ ਉਹਨਾਂ ਦੇ ਨਾਲ ਹੈਗੇ ਆ। ਸੁਖਵਿੰਦਰ ਸਿੰਘ ਗਰੇਵਾਲ ਹੈ ਜੀ, ਇਹ ਸਾਰੇ ਜਿੰਨੇ ਵੀ ਹੈਗੇ ਇੱਕ ਪਾਰਟੀ ਹੈ। ਦੀਪ ਸਿੱਧੂ ਔਰ ਅਮਨ ਸਿੰਘ ਇਹ ਇੱਕ ਟਾਈਮ ਕੁਛ ਹੀ ਟਾਈਮ ਪਹਿਲਾਂ ਇਹ ਦੋਨੇ ਇੱਕ ਜੇਲ੍ਹ ਦੇ ਵਿੱਚ ਚੰਡੀਗੜ੍ਹ ਸੀਗੇ। ਗੁਰਦੀਪ ਸੰਧੂ ਔਰ ਚੰਡੀਗੜ੍ਹ ਸੀਗੇ। ਪਿਆਰੇ ਦਰਸ਼ਕੋ ਇਹ ਇੱਕ ਨੋਟ ਕਰਨ ਵਾਲੀ ਗੱਲ ਹੈਗੀ ਆ ਵੀ ਉਹ ਉੱਥੇ ਜੇਲ੍ਹ ਦੇ ਵਿੱਚ ਕਿਉਂ? ਪਟਿਆਲੇ ਦੀ ਜੇਲ੍ਹ 'ਚ ਸੀ। ਹੈ ਜੀ, ਪਟਿਆਲੇ ਦੀ ਜੇਲ੍ਹ 'ਚ, ਸੌਰੀ ਪਟਿਆਲੇ ਦੀ ਜੇਲ੍ਹ ਦੇ ਵਿੱਚ ਦੋਏ ਸੀਗੇ। ਔਰ ਜਿਹੜਾ ਹੈਗਾ ਦੀਪ ਸਿੱਧੂ ਆ, ਉਹਨੇ ਕਹਿੰਦੇ ਆ ਕਿ 1980 ਦੇ ਵਿੱਚ ਜਿਹੜੇ ਦੰਗੇ ਚੱਲਦੇ ਸੀਗੇ, ਨੌਜਵਾਨਾਂ ਨੂੰ ਜਿਹੜਾ ਹੈਗਾ ਪੰਜਾਬ ਦਿਆਂ ਨੂੰ ਫੜਾਉਣ ਦੇ ਵਿੱਚ ਉਹ ਦੋਸ਼ੀ ਸੀਗਾ। ਕਈਆਂ ਦੇ ਕਤਲ ਹੋਏ ਔਰ ਜੇਲ੍ਹਾਂ ਦੇ ਵਿੱਚ ਗਏ। ਔਰ ਇਸ ਬੰਦੇ ਇਹ ਪੁਲਿਸ ਦਾ ਜਿਹੜਾ ਸੀਗਾ ਟਾਊਟ ਸੀਗਾ, ਇਹਨੇ ਬਹੁਤ ਸਾਰੇ ਨੌਜਵਾਨ ਜਿਹੜੇ ਮਾਰੇ ਆ। ਇਹ ਇਸ ਵੇਲੇ ਵੀ ਇਹ BJP ਦਾ ਕਈ ਕਹਿੰਦੇ ਮੈਂਬਰ ਆ ਜਾਂ ਹਾਲੇ ਵੀ ਉਹਨਾਂ ਦਾ ਟਾਊਟ ਹੈਗਾ। ਔਰ ਉਸ ਦੇ ਨਾਲ ਹੀ ਸੁਖਵਿੰਦਰ ਸਿੰਘ ਇਹ ਤਾਂ ਮੈਂਬਰ ਹੈਗਾ ਹੈ ਜੀ। ਔਰ ਨਾਲ ਹੀ ਇਹ ਆ ਕਿ ਉਹਨਾਂ ਨੂੰ 10 ਲੱਖ ਰੁਪਈਏ ਜਿਹੜੇ ਦਿੰਦੇ ਸੀ ਉਹ ਕਿਉਂ ਨਹੀਂ ਲਏ ਔਰ ਕਾਹਤੇ ਦਿੰਦੇ ਸੀਗੇ? ਜੇ ਉਹਨਾਂ ਨੇ ਉਹ ਨਹੀਂ ਲਏ, ਇੱਕ ਗੱਲ ਉਹ ਬਾਬਾ ਉਹ ਮੰਨਦਾ ਕਿ ਮੈਨੂੰ 1 ਲੱਖ ਰੁਪਈਆ ਤੇ ਨਾਲ ਸਰੋਪਾ ਦਿੱਤਾ। ਔਰ ਪਿਆਰੇ ਦਰਸ਼ਕੋ ਇਹ ਸੋਚਣ ਵਾਲੀ ਗੱਲ ਹੈਗੀ ਆ ਕਿ ਇੱਕ ਪਾਸੇ ਤਾਂ ਕਿਸਾਨ ਜਿਹੜੇ ਆ, ਆਲ ਇੰਡੀਆ ਦੇ ਕਿਸਾਨ, ਖਾਸ ਤੌਰ 'ਤੇ ਪੰਜਾਬ, ਹਰਿਆਣਾ, ਯੂਪੀ ਦੇ, ਔਰ ਉੱਥੇ 100 ਤੋਂ ਵੱਧ 700 ਤੋਂ ਵੱਧ ਮੌਤਾਂ ਹੋ ਗਈਆਂ। ਉਹ ਕਿਸਾਨਾਂ ਦੇ ਦੁਸ਼ਮਣ ਆ, ਸਭ ਤੋਂ ਵੱਡਾ ਇਹ ਤੋਮਰ ਆ। ਔਰ ਦੂਸਰੇ ਪਾਸੇ ਜਾ ਕੇ ਉੱਥੇ ਸਰੋਪੇ ਲੈਂਦੇ। ਔਰ ਇਹਦੇ ਨਾਲ ਜਿੰਨੇ ਵੀ ਨਿਹੰਗ ਸਿੰਘਾਂ ਦੇ ਬਾਕੀ ਦੇ ਜਥੇ ਆ ਨਾ, ਹਾਂਜੀ, ਉਹ ਕਹਿੰਦੇ ਵੀ ਅਸੀਂ ਨੇ ਇਹਨੂੰ ਭੇਜਿਆ। ਹਾਂ, ਇਹ ਆਪਣੀ ਮਰਜ਼ੀ 'ਤੇ ਗਿਆ। ਇੱਦਾਂ ਨਹੀਂ ਵੀ ਅਸੀਂ ਜਾ ਕੇ ਇਹਨੂੰ ਕਿਹਾ ਹੈਗਾ ਵੀ ਤੁਸੀਂ ਜਾ ਕੇ ਗੱਲਬਾਤ ਕਰੋ ਸਾਡੇ ਬਿਹਾਫ 'ਤੇ ਜਾਂ ਉਹਨਾਂ ਨਾਲ ਮੁਲਾਕਾਤ ਕਰੋ। ਅਸੀਂ ਕੋਈ ਇਹਨੂੰ ਹਦਾਇਤ ਨਹੀਂ ਦਿੱਤੀ, ਅਸੀਂ ਨੇ ਇਹਨੂੰ ਭੇਜਿਆ। ਸਾਡੇ ਬਿਨਾਂ ਪੁੱਛਣ ਤੋਂ ਆਉਂਦੇ ਜਾਂਦਾ ਉੱਥੇ। ਇੱਥੇ ਰੁਕਿਓ, ਕਾਲ ਲੈ ਲਈਏ ਜੀ। ਹੈਲੋ ਜੀ, ਜੈ ਗੁਰਦੇਵ, ਜੈ ਪੀਰ ਕੌਣ ਤੇ ਕਿੱਥੋਂ ਸਾਹਿਬ ਜੀ? ਜੈ ਗੁਰਦੇਵ ਜੀ, ਗਗਨ ਬੋਲ ਰਿਹਾ ਜੀ ਕੋਵੈਂਟਰੀ ਤੋਂ। ਹਾਂਜੀ ਗਗਨ ਜੀ, ਤੁਹਾਡਾ ਸਵਾਗਤ ਹੈ ਕੁਐਂਟੀ ਤੋਂ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਆਪਾਂ ਇਸ ਗੱਲ ਨੂੰ ਸ਼ੁਰੂ ਇੱਥੋਂ ਕਰ ਲਈਏ ਮੇਰੇ ਖਿਆਲ ਦੇ ਨਾਲ ਬੈਂਸ ਸਾਹਿਬ ਜੀ, ਕਿ ਇਹ ਅੰਦੋਲਨ ਕੋਈ ਧਾਰਮਿਕ ਅੰਦੋਲਨ ਨਹੀਂ ਸੀਗਾ ਜੀ। ਅਸੀਂ ਗੱਲ ਨੂੰ ਇੱਥੋਂ ਸ਼ੁਰੂ ਕਰੀਏ ਕਿ ਧਾਰਮਿਕ ਅੰਦੋਲਨ ਨਹੀਂ ਸੀ। ਜਦੋਂ ਸ਼ੁਰੂ ਹੋਇਆ ਇਹ ਗੱਲ ਕਹੀ ਗਈ ਕਿ ਇਹ ਜਨ ਅੰਦੋਲਨ ਹੈ ਇੱਕ। ਜੀ ਜੀ। ਤੇ ਸਾਨੂੰ ਬਹੁਤ ਕੇਅਰਫੁਲ ਰਹਿਣਾ ਪੈਣਾ ਸੀ ਉੱਥੇ ਕੀ ਹੁੰਦਾ, ਕਿੱਦਾਂ ਸਾਡੇ ਨਾਲ ਉਹ ਵਰਤਦੇ ਆ ਜੀ। ਜਿਹੜੀ ਗਵਰਨਮੈਂਟ ਪੈਰ ਪਾਰ ਤੇ ਝੂਠ ਬੋਲਦੀ ਹੋਵੇ ਉੱਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਜੀ। ਅਸੀਂ ਤੇ ਜਿੰਨੀ ਮਰਜ਼ੀ ਹੁਣ ਲੋਚਾ ਪੋਚੀ ਕਰੀ ਜਾਈਏ ਕਿ ਅਸੀਂ ਆਹ ਕੀਤਾ, ਸਾਡੇ ਨਾਲ ਆਹ ਹੋਇਆ ਜੀ, ਪਰ ਗਲਤੀ ਸਾਨੂੰ ਸਾਡੀ ਮੰਨਣੀ ਪੈਣੀ ਆ ਜੀ। ਜਿੱਥੇ ਅਸੀਂ ਗਲਤੀਆਂ ਕਾਨੂੰਨ ਸਾਰਿਆਂ ਦੇ ਬਰਾਬਰ ਆ ਜੀ। ਜੀ ਅੱਜ ਮੋਦੀ ਕੋ ਕਤਲ ਕਰਦਾ ਤਾਂ ਮੋਦੀ ਤੇ ਵੀ ਮੁਕੱਦਮਾ ਹੋਣਾ ਚਾਹੀਦਾ, ਜੇ ਅਸੀਂ ਕਰਦੇ ਸਾਡੇ ਤੇ ਵੀ ਹੋਣਾ ਚਾਹੀਦਾ ਜੀ। ਇੱਕ ਜਿਹੜੀ ਹਿਊਮਨ ਲਾਈਫ ਹੈ ਉਹ ਬਹੁਤ ਕੀਮਤੀ ਆ ਔਰ ਸੰਵਿਧਾਨ ਉਹਦੀ ਸਭ ਨੂੰ ਜੀ, ਸੰਵਿਧਾਨ ਸਾਨੂੰ ਰੱਖਿਆ ਕਰਦਾ ਸਾਡੀ। ਹਾਂਜੀ ਹਾਂਜੀ।
ਅਸੀਂ ਜਦੋਂ ਸੰਵਿਧਾਨ ਨੂੰ ਮੰਨਦਾ ਹੀ ਨਹੀਂ, ਕੋਈ ਵੀ ਨਹੀਂ ਮੰਨਦਾ, ਨਾ ਕੋਈ ਪੋਲੀਟੀਕਲ ਪਾਰਟੀ ਮੰਨਦੀ, ਨਾ ਕੋਈ ਸੰਸਥਾਵਾਂ ਮੰਨਦੀਆਂ, ਤਾਂ ਫਿਰ ਕਿੱਦਾਂ ਕਹਾਂਗੇ ਕਿ ਅਸੀਂ ਵਧੀਆ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ ਜੀ। ਗੁਰੂ ਨਾਨਕ ਮਹਾਰਾਜ ਦਾ ਇੱਕ ਸ਼ਬਦ ਯਾਦ ਆਉਂਦਾ, ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਜੀ। ਗੁਰੂ ਨਾਨਕ ਮਹਾਰਾਜ ਨੇ ਸਾਫ਼ ਕਿਹਾ ਕਿ ਹਰ ਕੋਈ ਝੂਠ ਦੇ ਪਲੰਗੇ ਦੇ ਉੱਪਰ ਬੈਠਾ, ਝੂਠ ਦੇ ਢੇਰ ਉੱਪਰ ਬੈਠਾ ਹੋਇਆ। ਬਿਲਕੁਲ ਬਿਲਕੁਲ। ਚਾਹੇ ਕੋਈ ਆਮ ਬੰਦਾ ਹੋਵੇ, ਚਾਹੇ ਕੋਈ ਰਾਜਾ ਹੋਵੇ, ਚਾਹੇ ਕੋਈ ਵੀ ਹੋਵੇ ਉਹ ਜੀ। ਤੇ ਸਾਨੂੰ ਇਹ ਗੱਲ ਗੁਰੂ ਨਾਨਕ ਮਹਾਰਾਜ ਦੀ ਇਹ ਗੱਲ ਸਮਝਣੀ ਪੈਣੀ। ਜੇ ਸਮਝਾਂਗੇ ਤਾਂ ਅਸੀਂ ਤਰੱਕੀ ਕਰਾਂਗੇ, ਜੇ ਨਹੀਂ ਸਮਝੇ ਤਾਂ ਫਿਰ ਤੁਸੀਂ ਲੜੀ ਜਾਓ, ਮਰੀ ਜਾਓ ਆਪਸ ਵਿੱਚ ਜਿੱਦਾਂ ਮਰਜ਼ੀ। ਜੀ ਜੀ। ਮੇਰੇ ਖਿਆਲ ਦੇ ਨਾਲ ਸਾਨੂੰ ਆਪਣੇ ਨਾ ਜਿਹੜੇ ਸਾਡਾ ਜਿਹੜਾ ਹੂੜ ਮੱਤ ਹੈ ਉਹਨੂੰ ਭੁੱਲ ਕੇ ਜੀ ਸਮਝ ਦੇ ਨਾਲ ਚੱਲਣ ਦੀ ਲੋੜ ਹੈਗੀ ਆ। ਇਨਸਾਨੀਅਤ ਦੀ ਗੱਲ ਕਰਨ ਦੀ ਲੋੜ ਆ। ਬਹੁਤ ਲੋਕੀ ਆਉਂਦੇ ਜਿਹੜੇ ਨਾ ਬਹੁਤ ਬਾਬਰ ਕੇ ਘਾਬਰ ਕੇ ਗੱਲ ਕਰਦੇ ਕਿ ਏਦਾਂ ਹੋ ਗਿਆ, ਓਦਾਂ ਹੋ ਗਿਆ, ਅਸੀਂ ਐਂ ਕਰ ਦਿਆਂਗੇ, ਜੇ ਕਰ ਦਿਆਂਗੇ। ਕਦੀ ਵੀ ਸਟੇਟ ਮੋਰੇ ਆਮ ਬੰਦਾ ਕੁਝ ਨਹੀਂ ਕਰ ਸਕਦਾ। ਜੀ ਜੀ। ਇੱਕ ਸਟੇਟ ਕੋ ਅਥਾਰਟੀ ਹੈਗੀ ਸਾਨੂੰ ਮਾਰਨ ਦੀ, ਅਸੀਂ ਸਟੇਟ ਨੂੰ ਮਾਰ ਨਹੀਂ ਸਕਦੇ ਜੀ। ਅਸੀਂ ਪ੍ਰੋਟੈਸਟ ਕਰ ਸਕਦੇ ਹਾਂ ਸੰਵਿਧਾਨ ਦੇ ਅੰਦਰ ਰਹਿ ਕੇ। ਜੀ ਬਿਲਕੁਲ ਸਹੀ। ਜੇ ਅਸੀਂ ਸੰਵਿਧਾਨ ਨੂੰ ਮੰਨਾਂਗੇ ਨਹੀਂ ਤਾਂ ਫਿਰ ਕੋਈ ਫਾਇਦਾ ਨਹੀਂ, ਫਿਰ ਜਿੰਨੀਆਂ ਮਰਜ਼ੀ ਗੱਲਾਂ ਕਰੀ ਜਾਓ, ਸਟੇਟ ਸਾਨੂੰ ਮਾਰ ਸਕਦੀ ਇਕੱਲੇ ਇਕੱਲੇ ਨੂੰ ਕਰਕੇ। ਬਿਲਕੁਲ। ਸੋ ਇਹ ਗੱਲ ਸਮਝਣ ਦੀ ਲੋੜ ਹੈ, ਲੜਨ ਦੀ ਲੋੜ ਨਹੀਂ ਹੈ ਕਿਸੇ ਨੂੰ। ਲੋਕੀ ਮੈਂ ਦੇਖਿਆ ਬਹੁਤ ਇਸ ਗੱਲ ਤੇ ਨਾ ਗੁੱਸੇ ਹੁੰਦੇ, ਏਦਾਂ ਹੋ ਗਈ, ਓਦਾਂ ਹੋ ਗਈ। ਚਲੋ ਜਿਹੜੀ ਗੱਲ ਗਲਤ ਹੈ, ਮੈਂ ਕਹਿੰਦਾ ਗਲਤ ਹੈ ਉਹ। ਜਿੱਦਣ ਜਿਹੜਾ ਸੀਗਾ ਸਰਸੇ ਵਾਲਾ ਸਾਹਿਬ, ਜਿੱਦਣ ਉਹਨੇ ਇਹ ਕੰਮ ਕੀਤਾ ਸੀ ਜੀ, ਉਦਣ ਅਕਾਲੀਆਂ ਦੀ ਸਰਕਾਰ ਸੀ, ਉਦਣ ਸਿੱਖ ਸਰਕਾਰ ਸੀ। ਉਹਨੇ ਕੀ ਕੀਤਾ ਉਹਦੇ ਲਈ ਦੱਸੋ ਮੈਨੂੰ। ਉਹਨੇ ਉਦਣ ਉਹਨੂੰ ਫੜ ਕੇ ਅੰਦਰ ਕਿਉਂ ਨਹੀਂ ਕੀਤਾ ਸੀ? ਉਦਣ ਉਹ ਬੰਦੇ ਕਾਹਤੇ ਨਹੀਂ ਫੜੇ ਸੀ ਉਹਨੇ? ਜੀ ਜੀ ਬਿਲਕੁਲ। ਅੱਜ ਅਸੀਂ ਕਹਿੰਦੇ ਆ ਕਿ ਸਾਡੇ ਨਾਲ ਮਾੜਾ ਹੋ ਰਿਹਾ, ਸਾਡੇ ਗੁਰੂ ਨਾਲ ਮਾੜਾ ਹੋ ਰਿਹਾ। ਮਾੜਾ ਕਰਾਉਣ ਵਾਲੇ ਵੀ ਇਹਨਾਂ ਦੇ ਆਪਣੇ ਬੰਦੇ ਸਿੱਖ ਆਪਣੇ ਆ। ਸਿੱਖਾਂ ਨੇ ਮਾੜਾ ਕਰਾਇਆ ਤੇ ਅੱਜ ਸਿੱਖ ਹੀ ਰੌਲਾ ਪਾ ਰਹੇ ਆ ਜੀ। ਮੈਂ ਕਿਸੇ ਧਰਮ ਦੇ ਖਿਲਾਫ ਨਹੀਂ, ਪਰ ਮੈਂ ਗੱਲ ਸੱਚਾਈ ਵਾਲੀ ਕਰਦਾ, ਸੰਵਿਧਾਨ ਵਾਲੀ ਕਰਦਾ ਜੀ ਜੀ। ਜੇ ਸਾਨੂੰ ਬੋਲਣ ਦਾ ਅਧਿਕਾਰ ਹੈਗਾ ਤੇ ਸਾਨੂੰ ਸੰਵਿਧਾਨ ਦੇ ਅੰਦਰ ਰਹਿਣ ਦਾ ਵੀ ਅਧਿਕਾਰ ਹੈਗਾ। ਜਿੱਥੇ ਅਸੀਂ ਅਧਿਕਾਰ ਮਾਣਦੇ, ਸਾਡੀਆਂ ਕੁਝ ਜ਼ਿੰਮੇਵਾਰੀਆਂ ਵੀ ਨਾਲ ਹੈਗੀਆਂ। ਹਾਂਜੀ ਹਾਂਜੀ ਬਿਲਕੁਲ। ਸੰਵਿਧਾਨ ਰਾਈਟ ਦਿੰਦਾ, ਪਰ ਉਹਦੇ ਨਾਲ ਤੁਹਾਨੂੰ ਜ਼ਿੰਮੇਵਾਰੀ ਵੀ ਦਿੰਦਾ ਕਿ ਜ਼ਿੰਮੇਵਾਰੀ ਨਿਭਾਉਣੀ ਵੀ ਪੈਣੀ ਤੁਹਾਨੂੰ। ਰਾਈਟਸ ਐਂਡ ਰਿਸਪੌਂਸਿਬਿਲਿਟੀ। ਤੁਸੀਂ ਰਾਈਟ ਲਈ ਜਾਓ, ਰਿਸਪੌਂਸਿਬਿਲਿਟੀ ਨਾਲ ਵਧਾਓ, ਕੋਈ ਨਾ ਫਾਇਦਾ ਕੀ ਉਹਦਾ, ਕੋਈ ਰਾਈਟ ਤੁਹਾਡੇ ਕੰਮ ਆਊਗਾ ਨਾ ਜੀ ਕਦੀ ਨਹੀਂ। ਬਿਲਕੁਲ। ਅਸੀਂ ਸੋਹਣੇ ਸਮਾਜ ਦੀ ਸਿਰਜਣਾ ਕਰ ਹੀ ਨਹੀਂ ਸਕਦੇ ਜੀ। ਉਹ ਚਾਹੇ ਫਿਰ ਜਿਹੜਾ ਚਾਹੇ ਆਪਣੇ ਆਪ ਨੂੰ ਰਵਿਦਾਸੀਆ ਕਹਿ ਲਵੇ, ਚਾਹੇ ਆਪਣੇ ਆਪ ਨੂੰ ਸਿੱਖ ਕਹਿ ਲਵੇ, ਚਾਹੇ ਆਪਣੇ ਆਪ ਨੂੰ ਹਿੰਦੂ ਕਹਿ ਲਵੇ, ਜਿਹੜਾ ਬੰਦਾ ਵੀ ਕੱਟੜਾ ਹੋਊਗਾ ਉਹ ਘਾਟਾ ਖਾਊਗਾ, ਕਦੀ ਤਰੱਕੀ ਨਹੀਂ ਕਰ ਸਕੂਗਾ। ਮੇਰੀ 100 ਨਾਲ ਦੀ ਇੱਕ ਗੱਲ ਇਹੀ ਆ ਕਿ ਕੱਟੜਵਾਦ ਤੋਂ ਪਰੇ ਰਹੋ ਜੀ। ਆਪਣੇ ਦਿਮਾਗ ਦੀ ਵਰਤੋਂ ਕਰਕੇ ਆਪਣੇ ਆਪ ਨੂੰ ਉੱਚਾ ਲੈਵਲ ਕਰੋ ਆਪਣਾ ਜੀ। ਸਮਾਜ ਵਿੱਚ ਇੱਕ ਦੂਜੇ ਨਾਲ ਪਿਆਰ ਨਾਲ ਰਹਿਣ ਦੀ ਟਰਾਈ ਕਰੋ, ਇਸ ਤੋਂ ਬਿਨਾਂ ਕੋਈ ਹੱਲ ਹੈ ਨਹੀਂ ਜੀ ਜੀ। ਥੈਂਕ ਯੂ ਜੀ। ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੈਰੀ ਮਚ, ਵੈਰੀ ਨਾਈਸ ਕੰਟਰੀਬਿਊਸ਼ਨ। ਪਿਆਰੇ ਦਰਸ਼ਕੋ, ਇੱਕ ਗੱਲ ਇਹ ਹੈਗੀ ਆ, ਗਗਨ ਜੀ ਉਹਨਾਂ ਨੇ ਇੱਕ ਵਿਧਾਨ ਦਾ ਰੈਫਰੈਂਸ ਦਿੱਤਾ। ਭਾਰਤ ਦੇ ਵਿੱਚ ਜੇ ਅੱਜ ਤਾਈਂ ਵਿਧਾਨ ਨਾ ਹੁੰਦਾ ਦਵਿੰਦਰ ਜੀ ਆਜ਼ਾਦੀ ਤੋਂ ਬਾਅਦ, ਤਾਂ ਭਾਰਤ ਦੇ ਵਿੱਚ ਅਨਰਕੀ ਹੁੰਦੀ, ਜਿਹਨੂੰ ਕਹਿੰਦੇ ਆ ਕਿ ਕਤਲੋ ਗਾਰਤ ਹੁੰਦੀ। ਕੋਈ ਕਿਸੇ ਦਾ ਕੋਈ ਲਿਹਾਜ਼ ਨਹੀਂ ਕਰਦਾ ਔਰ ਜਿਹਨੂੰ ਮਰਜ਼ੀ ਕੋਈ ਵੱਢ ਮਾਰ ਦਿੰਦਾ ਔਰ ਇਹੋ ਜਿਹੇ ਹਾਲਾਤ ਹੁੰਦੇ ਕਿ ਜਿੱਥੇ ਕੋਈ ਕੰਟਰੋਲ ਨਹੀਂ। ਜੇ ਅੱਜ ਜੋ ਕੁਛ ਸਿੰਘੂ ਬਾਰਡਰ ਦੇ ਉੱਤੇ ਹੋਇਆ ਦੁਸਹਿਰੇ ਵਾਲੇ ਦਿਨ, ਪਿਆਰੇ ਦਰਸ਼ਕੋ ਖਿਆਲ ਨਾਲ ਸੁਣਿਓ, ਉਸ ਮੁਲਕ ਦੇ ਵਿੱਚ, ਭਾਰਤ ਦੇ ਵਿੱਚ ਅਲੱਗ ਅਲੱਗ ਧਰਮਾਂ ਦੇ ਲੋਕ ਰਹਿੰਦੇ ਆ। ਜੇ ਸਾਰੇ ਹੀ ਇਹ ਕਹਿਣ ਲੱਗ ਪੈਣ ਕਿ ਮੇਰੇ ਧਾਰਮਿਕ ਗ੍ਰੰਥ ਨੂੰ ਜਾਂ ਪਵਿੱਤਰ ਜੋ ਜਗ੍ਹਾ ਹੈਗੀ ਆ ਇਹਦੀ ਬੇਅਦਬੀ ਕੀਤੀ ਗਈ, ਇਹਨੂੰ ਹੱਥ ਲਾਇਆ ਜਾਂ ਇਹਦੇ ਖਿਲਾਫ ਕੁਛ ਬੋਲਿਆ ਔਰ ਉਸੇ ਵੇਲੇ ਫੜ ਕੇ ਉਸ ਇਨਸਾਨ ਦਾ ਜੇ ਇਸ ਤਰ੍ਹਾਂ ਕਤਲ ਕਰ ਦਿੱਤਾ, ਉੱਥੇ ਵਾਜਬ ਆ, ਜਿਸ ਤਰ੍ਹਾਂ ਸਿੰਘੂ ਬਾਰਡਰ 'ਤੇ ਕਹਿੰਦੇ ਕਿ ਵਾਜਬ ਕੀਤਾ, ਤੇ ਕੋਈ ਵੀ ਉੱਠ ਕੇ ਇਹੋ ਜਿਹਾ ਕੰਮ ਕਰ ਸਕਦਾ। ਜੇ ਇਹ ਜਾਇਜ਼ ਹੈਗਾ, ਬਿਲਕੁਲ ਜੇ ਜਾਇਜ਼ ਹੈਗਾ ਨਿਹੰਗ ਸਿੰਘਾਂ ਲਈ ਕਿ ਜਿਹਨੂੰ ਮਰਜ਼ੀ ਮਾਰ ਵੱਢ ਦੇਣਾ, ਤਾਂ ਇਹ ਜਾਇਜ਼ ਹੈਗਾ ਹਿੰਦੂਆਂ ਲਈ ਵੀ, ਜਿਹਨੂੰ ਮਰਜ਼ੀ ਉਹ ਮਾਰ ਵੱਢ ਸਕਦੇ ਆ। ਕਾਨੂੰਨ ਦੀ ਉੱਥੇ ਕੋਈ ਕਦਰ ਨਹੀਂ ਹੋਏਗੀ। ਇਹੋ ਜਿਹੀ ਜਾਇਜ਼ ਨਜਾਇਜ਼ ਬਿਲਕੁਲ ਦੂਜੇ ਧਰਮਾਂ ਲਈ ਵੀ ਹੋਏਗਾ। ਮੁਸਲਮਾਨ ਵੀ ਉੱਥੇ ਆ, ਕ੍ਰਿਸਚੀਅਨ ਵੀ ਉੱਥੇ ਆ, ਬੁੱਧਿਸਟ ਵੀ ਉੱਥੇ ਆ,
ਕੋਈ ਵੀ ਕਹਿ ਸਕਦਾ ਵੀ ਇਹ ਸਾਡੇ ਧਰਮ ਦੇ ਖਿਲਾਫ ਬੋਲਿਆ ਸੀਗਾ, ਅਸੀਂ ਇਹਨੂੰ ਵੱਢਿਆ, ਇਹਨੂੰ ਮਾਰਿਆ ਔਰ ਇਹ ਬਿਲਕੁਲ ਅਸੀਂ ਜਾਇਜ਼ ਕੀਤਾ, ਸਾਡੇ ਤੇ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ। ਸੋ ਪਿਆਰੇ ਦਰਸ਼ਕੋ, ਜੋ ਗਗਨ ਹੁਣੀ ਇਹ ਕਹਿ ਕੇ ਗਏ ਆ, ਭਾਰਤ ਦਾ ਜਿਹੜਾ ਹੈਗਾ ਸਾਰਾ ਹੀ ਮਖੌਟਾ ਹੈਗਾ, ਜੋ ਕੁਛ ਢਾਂਚਾ ਹੈਗਾ ਐਡਮਿਨਿਸਟ੍ਰੇਸ਼ਨ ਦਾ, ਉਹ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਨੇ ਜਿਹੜਾ ਸਾਨੂੰ ਵਿਧਾਨ ਦਿੱਤਾ ਆ, ਉਹਦੇ ਥੱਲੇ ਹੋਣਾ ਆ। ਐਡਮਿਨਿਸਟ੍ਰੇਸ਼ਨ ਫੌਜਾਂ ਆ, ਉੱਥੇ ਆਰਮੀ ਆ, ਉੱਥੇ ਏਅਰ ਫੋਰਸ ਆ, ਜਿਹੜੀ ਕਿ ਮੁਲਕ ਦੇ ਐਡਮਿਨਿਸਟ੍ਰੇਸ਼ਨ ਦੇ ਲਈ ਹੈਲਪ ਕਰਦੀ ਆ। ਬਿਲਕੁਲ। ਉੱਥੇ ਜੁਡੀਸ਼ਰੀ ਆ, ਜੇ ਤੁਹਾਨੂੰ ਇਨਸਾਫ ਨਹੀਂ ਮਿਲਦਾ ਤਾਂ ਤੁਸੀਂ ਹੋਰ ਤਰੀਕੇ ਵੀ ਹੈਗੇ ਆ, ਤੁਹਾਡੇ ਕੋਲ ਮੀਡੀਆ ਹੈਗਾ, ਸੜਕਾਂ ਤੇ ਜਾਓ। ਹਾਂਜੀ ਹਾਂਜੀ, ਦੇਖੋ ਨਾ, ਕਿਸਾਨਾਂ ਨੂੰ ਸਾਲ ਹੋਇਆ ਇਨਸਾਫ ਨਹੀਂ ਮਿਲ ਰਿਹਾ। ਕਿਸਾਨ ਵੀ ਸੰਵਿਧਾਨ ਦੇ ਦਾਇਰੇ 'ਚ ਰਹਿ ਕੇ ਆਪਣਾ ਜਿਹੜੀ ਐਜੀਟੇਸ਼ਨ ਕਰ ਰਹੇ, ਆਪਣਾ ਰੋਸ ਪ੍ਰਗਟ ਕਰਦੇ। ਹਾਂ, ਔਰ ਦੇਖੋ ਇਹ ਆ ਕਿ ਇੱਕ ਪਾਸੇ ਪਿਆਰੇ ਦਰਸ਼ਕੋ, ਅਸੀਂ ਇਹ ਅਖੀਰ ਤੇ ਆਵਾਂਗੇ ਕਿ ਹੋ ਕੀ ਰਿਹਾ। ਇੱਕ ਪਾਸੇ ਤਾਂ ਇਹਨਾਂ ਨੇ ਕਤਲ ਕੀਤਾ 15 ਤਰੀਕ ਨੂੰ, ਔਰ ਦੂਸਰੇ ਪਾਸੇ ਜਾ ਕੇ ਉੱਥੇ ਸਰੋਪੇ ਲੈਂਦੇ ਆ। ਹਾਂਜੀ, ਔਰ ਇਹਦੇ ਵਿੱਚੋਂ ਤੁਸੀਂ ਕੀ ਕੱਢੋਗੇ? ਦੇਖੋ, ਉਹ ਜੇ ਆਪਾਂ ਦੇਖੀਏ ਉਹ ਤੋਂ ਪਹਿਲਾਂ ਲਖੀਮਪੁਰ ਵਾਲਾ ਜਿਹੜਾ ਲਖੀਮਪੁਰ ਖੇਰੀ ਦਾ ਜਿਹੜਾ ਇੰਸੀਡੈਂਟ ਹੋਇਆ, ਨਿਰਦੋਸ਼ਾਂ ਦੇ ਉੱਤੇ ਗੱਡੀ ਚੜਾ ਕੇ 8 ਬੰਦਿਆਂ ਦਾ ਕਤਲ ਕਰ ਦਿੱਤਾ ਗਿਆ ਜੀ, ਮਤਲਬ ਉਹਦਾ ਕੇਸ ਨੂੰ ਸਾਬੋਟਾਜ ਕਰਦੇ ਆ। ਬਿਲਕੁਲ, ਮਤਲਬ ਪਹਿਲਾਂ ਉਹ ਗੱਲ ਚੱਲਦੀ ਸੀਗੀ, ਮੇਨ ਇਹ ਚੱਲਦਾ ਸੀਗਾ ਕਿ ਜਿਹੜਾ ਹੋਮ ਮਿਨਿਸਟਰ ਹੈਗਾ ਉਹ ਮਤਲਬ ਰਿਜ਼ਾਈਨ ਕਰੇ, ਸਟੇਟ ਹੋਮ ਮਿਨਿਸਟਰ ਰਿਜ਼ਾਈਨ ਕਰੇ, ਤੇ ਉਹਦੀ ਹੁਣ ਗੱਲ ਜਿਹੜੀ ਸੀਗੀ ਉਹ ਦਬਾਤੀ, ਉਹ ਅਖਬਾਰਾਂ 'ਚੋਂ ਹਟ ਗਈ। ਇੱਕ ਇੰਸੀਡੈਂਟ ਤੋਂ ਬਾਅਦ ਵੱਡਾ ਇੰਸੀਡੈਂਟ ਕਰ ਦੋ, ਲੋਕਾਂ ਦਾ ਜਿਹੜਾ ਰੁਝਾਨ ਹੈਗਾ ਉਧਰ ਹੋ ਜਾਵੇ, ਲੋਕਾਂ ਦਾ ਧਿਆਨ ਪਹਿਲੇ ਵੱਲੋਂ ਹਟਾ ਕੇ ਤੇ ਦੂਜੇ ਵੱਲ ਹੋ ਜਾਏ। ਦੈਟਸ ਵਾਟ ਦੇ ਆਰ ਡੂਇੰਗ। ਮੈਂ ਇਦੋਂ ਵੀ ਵੱਧ ਸਮਝਦਾ, ਕਈ ਲੋਕਾਂ ਨੇ ਪਿਆਰੇ ਦਰਸ਼ਕੋ ਆਪਣੀ ਜਿਹੜੀ ਆ ਨਾ ਇਹ ਬਿਆਨ ਹੈਗੇ, ਮੈਂ ਤੁਹਾਨੂੰ ਦੱਸ ਦਿੰਦਾ, ਉਹ ਜਿਹੜਾ ਪਿੰਡ ਹੈਗਾ ਜਿੱਥੇ ਦਾ ਉਹ ਲਖਵੀਰ ਸਿੰਘ ਹੈ, ਚੀਮਾ ਖੁਰਦ, ਉਹਦੇ ਸਰਪੰਚ ਦੇ ਬਿਆਨ ਹੈ। ਉਹ ਕਹਿੰਦਾ ਕਿ ਇੱਕ ਸਾਜ਼ਿਸ਼ ਸੀਗੀ ਕਿ ਪੰਜਾਬ ਦੇ ਵਿੱਚ ਇੱਕ ਦੂਜੇ ਨੂੰ ਮਾਰ ਵੱਢਣਾ ਸ਼ੁਰੂ ਕਰ ਦੇਣ, ਔਰ ਪੰਜਾਬ ਦੇ ਵਿੱਚ ਜਿਹੜੇ ਹੈਗੇ ਧਾਰਮਿਕ ਤਸ਼ੱਦਦ ਹੋ ਜਾਣ, ਔਰ ਸਿੱਖ ਜਾਂ ਨੌਨ ਸਿੱਖ ਆਪਸ ਵਿੱਚ ਹੀ ਲੜ ਕੇ ਮਰਨ। ਇਹ ਇੱਕ ਪਿੱਛੇ ਬਹੁਤ ਗਿਣੀ ਮਿੱਥੀ ਸਾਜ਼ਿਸ਼ ਸੀਗੀ। ਬਿਲਕੁਲ। ਹੈਲੋ ਜੀ, ਜੈ ਗੁਰਦੇਵ, ਜੈ ਪੀਰ ਕੌਰ ਤੇ ਕਿੱਥੋਂ ਸਾਹਿਬ ਜੀ? ਹਾਂਜੀ, ਜੈ ਗੁਰਦੇਵ ਜੀ, ਮਹਿਰਬਾਨ ਸਾਹਿਬ ਬੋਲ ਰਹੇ 100 ਸਾਲ ਤੋਂ। ਹਾਂ, ਤੁਹਾਡਾ ਸਵਾਗਤ ਹੈ ਜੀ, ਕੀ ਕਹਿਣਾ ਚਾਹੁੰਦੇ? ਤੁਹਾਡਾ ਪ੍ਰੋਗਰਾਮ ਬਹੁਤ ਅੱਛਾ ਜੀ, ਬੜਾ ਸੂਝਵਾਨ ਪ੍ਰੋਗਰਾਮ ਦੇ ਰਹੇ ਤੁਸੀਂ। ਗੱਗੀ ਜੀ ਨੇ ਵੀ ਕਨਸਟੀਟਿਊਸ਼ਨ ਦੇ ਬਾਰੇ ਗੱਲਾਂ ਕੀਤੀਆਂ, ਤੁਸੀਂ ਵੀ ਉਹਨੂੰ ਚੰਗੀ ਤਰ੍ਹਾਂ ਬਿਆਨ ਕੀਤਾ ਹੈਗਾ, ਬਹੁਤ ਵਧੀਆ। ਹਾਂਜੀ, ਪਰ ਗੱਲ ਇਹ ਹੈ ਕਿ ਜਿਹੜੀ ਗਵਰਨਮੈਂਟ ਆ, ਕਿਆ ਉਹ ਸੰਵਿਧਾਨ ਨੂੰ ਉਸ ਤਰ੍ਹਾਂ ਮੰਨਦੀ ਜਿੱਦਾਂ ਮੰਨਣਾ ਚਾਹੀਦਾ? ਨਹੀਂ ਮੰਨਦੀ ਜੀ। ਮੈਂ ਇੱਕ ਕਿਤਾਬ ਪੜ੍ਹ ਰਿਹਾ RSS ਜੀ, ਉਹਦੇ ਵਿੱਚ ਜੋ ਲਿਖਿਆ ਆ, ਕੋਈ ਮਹਿਤਾ ਹੈਗਾ ਉਹਦਾ ਪ੍ਰਕਾਸ਼ਕ ਜੀ, ਉਹਦੇ ਵਿੱਚ ਜਿਹੜੇ ਅੱਜ ਕੱਲ ਸੈਂਟਰ ਗਵਰਨਮੈਂਟ ਦੇ ਮਿਨਿਸਟਰ ਹੈ, ਉਹਨਾਂ ਦਾ ਸਾਰਾ ਨਾਂ ਦਿੱਤਾ ਉਹਨੇ ਜੀ ਕਿ RSS ਦੇ ਮੈਂਬਰ ਹੈ ਜੀ। ਜੀ, ਗਡਕਰੀ ਸਾਹਿਬ, ਮੋਦੀ ਸਾਹਿਬ, ਆਟੋਬਾਈ ਵਾਜਪਾਈ, ਹੋਰ ਸਾਰੀ ਜੇਟਲੀ ਵਗੈਰਾ, ਉਹ ਬਕਾਇਦਾ ਉਹਨੇ ਮੈਂਸ਼ਨ ਕੀਤੇ ਆ ਬੰਦੇ। ਬਿਲਕੁਲ ਬਿਲਕੁਲ। ਕਹਿਣ ਦਾ ਭਾਵ ਹੈ ਕਿ ਉਹ ਇਸ ਚੀਜ਼ ਨੂੰ ਮੰਨਦੇ ਨਹੀਂ, ਉਹ ਕਨਸਟੀਟਿਊਸ਼ਨ ਨਹੀਂ ਮੰਨਦੇ। ਉਹ ਕਹਿੰਦੇ ਜਿਹੜਾ ਅਸੀਂ ਭਾਰਤ ਨੂੰ ਇਕੱਠਾ ਕਰਨਾ ਚਾਹੁੰਦੇ ਆ ਤੇ ਅਸੀਂ ਨੈਸ਼ਨਲਿਸਟ ਹੈਗੇ ਆ, ਅਸੀਂ ਜਿੱਦਾਂ ਚਾਹੁੰਦੇ ਆ ਉੱਦਾਂ ਹੋਣਾ ਚਾਹੀਦਾ, ਨਹੀਂ ਤਾਂ ਜੀ ਨਹੀਂ ਹੋਣਾ ਚਾਹੀਦਾ। ਬਿਲਕੁਲ। ਕਹਿਣ ਦਾ ਭਾਵ ਹੈ ਕਿ ਜਿਹੜੀ ਫਿਲਾਸਫੀ ਆ RSS ਦੀ ਜੀ, ਇਹ ਟੋਟਲੀ ਡਿਫਰੈਂਟ ਹੈ ਕਨਸਟੀਟਿਊਸ਼ਨ ਦੇ। ਬਿਲਕੁਲ। ਸੋ ਮੈਂ ਜੋ ਤੁਸੀਂ ਕਿਹਾ ਵੀ ਵਿਦਿਆ, ਹੁਣ ਦੇਖੋ ਤੁਸੀਂ ਪੜ੍ਹੇ ਲਿਖੇ ਸਾਰੇ, ਤੁਸੀਂ ਮੇਰ ਰਹੇ ਆ, ਐਡੀਟਰ ਸਾਹਿਬ ਬੈਠੇ ਆ ਜੀ। ਗੱਲ ਇਹ ਆ ਕਿ ਜਿਹੜੇ ਗਰੀਬ ਲੋਕ ਆ ਜੀ, ਉਹ ਕੀ ਕਰਨ ਔਰ ਕਿੱਦਾਂ ਕਰਨ ਔਰ ਕਿੱਦਾਂ ਆਪਣੇ ਹਾਲਾਤ ਨੂੰ ਬਦਲਣ, ਇਹ ਤੇ ਵਿਚਾਰ ਕਰਨ ਦੀ ਲੋੜ ਆ। ਬਿਲਕੁਲ ਬਿਲਕੁਲ। ਹਾਂਜੀ, ਥੈਂਕ ਯੂ ਵੈਰੀ ਮਚ। ਹਾਂਜੀ, ਤੁਸੀਂ ਦਵਿੰਦਰ ਜੀ ਬੋਲਦੇ। ਦੇਖੋ, ਗੱਲ RSS ਦੀ ਕੀਤੀ ਹੈਗੀ ਆ ਜੀ। RSS ਨੇ ਉਹ ਜਿਹੜਾ ਆਪਣੇ ਭਾਰਤ ਦਾ ਤਿਰੰਗਾ ਝੰਡਾ ਉਹਨੂੰ ਆਪਣਾ ਝੰਡਾ ਨਹੀਂ ਮੰਨ ਸਮਝਦੇ। ਹਾਂਜੀ, ਉਹਨਾਂ ਨੇ ਮਤਲਬ 52 ਸਾਲ ਤੱਕ ਆਪਣੇ ਜਿਹੜਾ ਹੈਗਾ ਆਫਿਸ ਦੇ ਉੱਤੇ ਆਪਣਾ RSS ਦਾ ਨਹੀਂ ਚਲਾਉਂਦੇ, ਉਹ RSS ਦਾ ਭਗਵਾ ਝੰਡਾ ਚਲਾਉਂਦੇ, ਔਰ ਸੰਵਿਧਾਨ ਨੂੰ ਨਹੀਂ ਮੰਨਦੇ। ਬਿਲਕੁਲ। ਸੰਵਿਧਾਨ ਉਹ ਕਹਿੰਦੇ ਮਨੁ ਸਮ੍ਰਿਤੀ ਸਾਡਾ ਸੰਵਿਧਾਨ ਆ। ਸੋ ਇਸ ਤਰੀਕੇ ਨਾਲ ਹੈਗਾ। ਔਰ ਜਿੰਨੇ ਵੀ
ਐਕਚੁਅਲੀ ਜਦੋਂ ਆਪਾਂ ਇਹਨਾਂ ਦਾ ਇਤਿਹਾਸ ਦੇਖਦੇ ਆ ਨਾ ਜੀ, RSS के ਉੱਤੋਂ ਨਹੀਂ ਡਿੱਗੀ। ਕਾਂਗਰਸ ਨੇ ਮਤਲਬ ਵਿਸ਼ਵ ਹਿੰਦੂ ਪਰਿਸ਼ਦ ਬਣਾਈ ਆ, ਉਹਨਾਂ ਨੇ RSS ਬਣਾਈ, RSS ਨੇ ਜਨਸੰਘ ਬਣਾਈ ਆ। ਕਿਸੇ ਜੇ ਤੁਸੀਂ ਟਾਈਮ ਕੱਢੋਗੇ ਤਾਂ ਆਪਾਂ ਇੱਥੇ ਪ੍ਰੋਗਰਾਮ ਮੇਰੇ ਖਿਆਲ ਕਰਨਾ ਚਾਹੀਦਾ, ਬਿਲਕੁਲ, ਜਿਹਦੇ ਵਿੱਚ ਸਾਰਾ ਐਕਸਪਲੇਨ ਕਰ ਸਕਦੇ ਵੀ ਕਿੱਦਾਂ ਕਿੱਦਾਂ ਹੋਇਆ ਹੈਗਾ। ਹੁਣ ਜਿਹੜੀ ਗੱਲ ਹੈਗੀ ਆ ਕਿ ਇਹ ਚਾਹੁੰਦੇ ਆ ਕਿ ਹੁਣ ਦੇਖੋ ਕਦੀ ਪਹਿਲਾਂ ਗੱਲ ਕਰਦੇ ਹੈਗੇ ਮੁਸਲਮਾਨਾਂ ਦੀ, ਹਿੰਦੂ ਮੁਸਲਿਮ ਕਰਕੇ ਮੁਸਲਮਾਨਾਂ 'ਤੇ ਅਟੈਕ ਕਰਦੇ ਹੈਗੇ ਆ। ਹੁਣ ਇਹਨਾਂ ਦੀ ਇਹੀ ਸੀਗੀ ਕਿ ਜਿਹੜੇ ਪੰਜਾਬ ਦੇ ਵਿੱਚ ਜਿੱਦਾਂ ਤੁਸੀਂ ਮੈਂਸ਼ਨ ਕੀਤਾ ਹੈਗਾ ਵੀ ਜਿਹੜੇ ਜੱਟ ਜ਼ਿਮੀਂਦਾਰ ਹੈਗੇ, ਜ਼ਮੀਨਾਂ ਵਾਲੇ ਹੈਗੇ, ਜਾਂ ਜਿਹੜੇ ਉਹਨਾਂ ਦੇ ਜਿਹੜੇ ਕਾਮੇ ਹੈਗੇ ਆ, ਇਹਨਾਂ ਨੂੰ ਆਪਸ ਵਿੱਚ ਲੜਾਇਆ ਜਾਵੇ। ਮਤਲਬ ਹੁਣ ਲਖਵੀਰ ਸਿੰਘ ਨੂੰ ਉੱਥੋਂ ਲਿਆ ਕੇ, ਪਿੰਡੋਂ ਲਿਆ ਕੇ, ਉਹ ਦੁਸਹਿਰੇ ਵਾਲੇ ਦਾ ਨਹੀਂ ਉਹਨੂੰ ਕਤਲ ਕੀਤਾ ਗਿਆ ਉਹਦਾ, ਬਿਲਕੁਲ, ਮਤਲਬ ਇੱਕ ਬੜੀ ਸਾਜ਼ਿਸ਼ ਦੇ ਅਧੀਨ ਦੁਸਹਿਰੇ ਵਾਲਾ ਦਾ ਨਹੀਂ ਕਿਉਂ ਚੂਜ਼ ਕੀਤਾ ਉਹਨਾਂ ਨੇ। ਸੋ ਇਹ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਕਰਕੇ ਜਦੋਂ RSS ਵਾਲੇ ਹੈਗੇ ਆ ਜਾਂ ਮਨੂਵਾਦੀ ਲੋਕ ਹੈਗੇ ਆ, ਇੱਕ ਹੁਣ ਕਰਕੇ ਇਹਨਾਂ ਕੋਲ ਸਰਕਾਰ ਇਹਨਾਂ ਦੇ ਕੋਲ ਹੈਗੀ, ਪਾਵਰ ਇਹਨਾਂ ਕੋਲ ਆ ਜੀ। ਜ਼ਰੂਰੀ ਆ ਕਿ ਇਹਨਾਂ ਕੋਲ ਸਰਕਾਰ ਖੋਈ ਜਾਵੇ। ਜਿਹੜੇ ਕਨਸਟੀਟਿਊਸ਼ਨ ਨੂੰ ਲਾਗੂ ਕਰਨਾ ਚਾਹੁੰਦੇ ਆ ਜਾਂ ਸੰਵਿਧਾਨ ਨੂੰ ਮੰਨਦੇ ਆ, ਉਹਨਾਂ ਦੇ ਹੱਥ ਗਵਰਨਮੈਂਟ ਆਉਣੀ ਚਾਹੀਦੀ ਆ, ਪਾਵਰ ਉਹਨਾਂ ਦੇ ਹੱਥ 'ਚ ਆਉਣੀ ਚਾਹੀਦੀ ਹੈ, ਔਰ ਲੋਕਾਂ ਨੂੰ ਸੁਚੇਤ ਹੋਣਾ ਚਾਹੀਦਾ। ਅੱਜ ਇਹੋ ਜਿਹੇ ਮੁਸਲਮਾਨਾਂ ਨਾਲ ਕਿਤੇ ਉਹਨਾਂ ਨੂੰ ਵੱਖਰੇ ਕਰਕੇ ਕੁੱਟਦੇ ਆ ਤੇ ਸਾਨੂੰ ਉਹਨਾਂ ਨਾਲ ਖੜਨਾ ਚਾਹੀਦਾ। ਬਿਲਕੁਲ, ਆਪਾਂ ਨੂੰ 84 ਦੇ ਜਿਹੜਾ ਸਿੱਖਾਂ ਦੇ ਉੱਤੇ ਕਤਲੇਆਮ ਹੋਇਆ ਦਿੱਲੀ ਦੇ ਵਿੱਚ, ਉਹ ਜਿੱਦਾਂ ਹੋਇਆ ਉਦੋਂ ਉਹ ਇਕੱਲਾ ਕੀਤਾ। ਜੇ ਅਸੀਂ ਇੱਕ ਦੂਜੇ ਨਾਲ ਨਹੀਂ ਖੜਾਂਗੇ ਤਾਂ ਇਕੱਲੇ ਨੂੰ ਨਹੀਂ ਕੁੱਟਣਾ, ਬਿਲਕੁਲ ਇਕੱਲੇ ਨੂੰ ਇਹਨਾਂ ਨੇ ਮਤਲਬ ਖਤਮ ਕਰਨਾ ਹੈਗਾ। ਸੋ ਸਾਡਾ ਫਰਜ਼ ਇਹ ਬਣਦਾ ਕਿ ਸਾਰੇ ਜਿਹੜੇ ਸੰਵਿਧਾਨ ਨੂੰ ਮੰਨਣ ਵਾਲੇ ਹੈਗੇ ਆ, ਸਾਰਿਆਂ ਨੂੰ ਇੱਕ ਥਾਂ ਇਕੱਠੇ ਹੋਣਾ ਚਾਹੀਦਾ। ਬਿਲਕੁਲ, ਮੁਸਲਮਾਨਾਂ ਦੇ ਨਾਲ ਵੀ ਖੜਨਾ ਚਾਹੀਦਾ, ਜਿਹਦੇ ਕਿ ਦਲਿਤਾਂ ਦੇ ਹੁੰਦਾ ਉਹਨਾਂ ਦੇ ਨਾਲ ਖੜਨਾ ਚਾਹੀਦਾ। ਜਦੋਂ ਕਿਤੇ OBC ਵਾਲਿਆਂ 'ਤੇ ਅਟੈਕ ਹੁੰਦੇ ਹੈਗੇ ਜਾਂ ਜਿਹੜੇ ਆਦੀਵਾਸੀ ਲੋਕ ਹੈਗੇ ਆ, ਸ਼ਡਿਊਲ ਟਰਾਈਬਸ ਹੈਗੇ ਆ, ਉਹਨਾਂ 'ਤੇ ਜਦੋਂ ਅਟੈਕ ਹੁੰਦਾ ਤਾਂ ਸਾਨੂੰ ਸਾਰਿਆਂ ਨੂੰ ਇਕੱਠਿਆਂ ਨੂੰ ਖੜਨਾ ਚਾਹੀਦਾ। ਔਰ ਇਹ ਜਿਹੜੇ ਮਨੂਵਾਦੀ ਲੋਕ ਆ ਬੜੇ ਟਾਈਨੀ ਮਾਈਨੋਰਿਟੀ 'ਚ ਆ। ਬਿਲਕੁਲ ਅੱਜ ਜਿਹੜਾ ਤਸ਼ੱਦਦ ਹੁੰਦੇ ਹੈਗੇ ਆ, ਕਿੰਨੇ ਰੇਪਸ ਹੁੰਦੇ ਆ, ਕਿੰਨੇ ਮਰਡਰ ਹੁੰਦੇ ਆ, ਇਹ ਇਸੇ ਕਰਕੇ ਹੁੰਦੇ। ਜੇ ਇਸ ਕੌਮ ਦੇ ਕੋਲ, ਜੇ ਇਸ ਕਮਿਊਨਿਟੀ ਦੇ ਕੋਲ ਤਾਕਤ ਹੁੰਦੀ ਆ, ਉਹਦੇ 'ਤੇ ਤਸ਼ੱਦਦ ਨਹੀਂ ਹੁੰਦੇ। ਬਿਲਕੁਲ ਸੋ ਜਿਹੜੀ ਗੱਲ ਹੈਗੀ ਆ, ਮੇਨ ਚੀਜ਼ ਇਹ ਆ, ਉੱਥੇ ਬਹੁਤ ਸਾਰੀਆਂ ਚੀਜ਼ਾਂ ਜਿਹੜਾ EVM ਦਾ ਘਪਲਾ ਹੈਗਾ ਆ, ਉਹ ਸਾਨੂੰ ਪਤਾ ਕਿ ਉਹ ਕਰਦੇ ਹੈਗੇ ਆ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਸਾਰਿਆਂ ਨੂੰ ਇਲੈਕਸ਼ਨਾਂ ਵੱਲ ਧਿਆਨ ਦੇਣਾ ਚਾਹੀਦਾ। ਪਾਵਰ ਕਿੱਦਾਂ ਲੈਣੀ ਆ, ਔਰ ਸਮਾਜਿਕ ਤੌਰ 'ਤੇ ਵੀ ਜਿਹੜਾ ਹੈਗਾ ਕਿ ਜਿਹੜੇ ਅੰਧ ਵਿਸ਼ਵਾਸ ਅਸੀਂ ਦੇਖਦੇ ਆ ਨਾ, ਅੰਧ ਵਿਸ਼ਵਾਸ ਜਿਹੜਾ ਸਮਾਜ ਵਿੱਚ ਫੈਲਿਆ ਆ, ਉਹ ਤੋਂ ਛੁਟਕਾਰਾ ਲੈਣਾ ਬਹੁਤ ਜ਼ਰੂਰੀ ਹੈ। ਬਾਬਾ ਸਾਹਿਬ ਨੇ ਕਿਹਾ ਸੀ ਐਜੂਕੇਟ, ਆਰਗੇਨਾਈਜ਼, ਐਜੀਟੇਟ। ਐਜੂਕੇਸ਼ਨ ਮਸਟ ਹੋਣੀ ਚਾਹੀਦੀ ਹੈ। ਬਿਲਕੁਲ ਕਰਕੇ ਜੇ ਸਾਡੇ ਕੋਲ ਐਜੂਕੇਸ਼ਨ ਨਹੀਂ ਤਾਂ ਅਸੀਂ ਜਿਹੜਾ ਆਪਣਾ ਰਸਤਾ ਨਾ ਮੁਕਤੀ ਦਾ ਰਾਹ ਅਸੀਂ ਸੋਚ ਨਹੀਂ ਸਕਦੇ, ਉਹਦੇ ਬਾਰੇ ਕੰਮ ਨਹੀਂ ਕਰ ਸਕਦੇ, ਉਹਨੂੰ ਉਧਰ ਨੂੰ ਤੁਰ ਨਹੀਂ ਸਕਦੇ। ਅੰਧ ਵਿਸ਼ਵਾਸ ਵਿੱਚ ਫਸਣ ਦੇ ਜ਼ਿਆਦਾ ਚਾਂਸ ਰਹਿੰਦੇ, ਈਜ਼ੀ ਫਸਦੇ ਹੈਗੇ ਆ। ਹੁਣ ਆਪਾਂ ਨੂੰ ਪਤਾ, ਇੱਕ ਮਿੰਟ, ਆਪਾਂ ਨੂੰ ਪਤਾ ਕਿ ਜਿਹੜੀ ਐਜੂਕੇਸ਼ਨ ਹੈਗਾ, ਸਕੂਲਾਂ ਦਾ ਪੱਠਾ ਬਿਠਾਲੀ ਜਾਂਦੇ, ਸਰਕਾਰੀ ਸਕੂਲਾਂ ਦਾ ਪੱਠਾ ਬਿਠਾਲੀ ਜਾਂਦਾ। ਆਪਾਂ ਨੂੰ ਪਤਾ ਕਿ ਸੰਵਿਧਾਨ ਵਿੱਚ ਲਿਖਿਆ ਕਿ ਅਪ ਟੂ 14 ਈਅਰਸ, 14 ਸਾਲ ਦੀ ਉਮਰ ਤੱਕ, ਲੜਕਾ ਹੋਵੇ ਚਾਹੇ ਲੜਕੀ ਹੋਵੇ, ਕੋਈ ਵੀ ਬੱਚਾ ਹੋਵੇ, ਉਹਦੇ ਲਈ ਜਿਹੜੀ ਐਜੂਕੇਸ਼ਨ ਆ ਫ੍ਰੀ ਔਰ ਕੰਪਲਸਰੀ ਆ। ਇਹ ਸਰਕਾਰ ਦੀ ਜ਼ਿੰਮੇਵਾਰੀ ਆ ਕਿ ਉਹਨੂੰ ਐਜੂਕੇਸ਼ਨ ਦੇਵੇ, ਉਹਦੇ ਲਈ ਸਕੂਲ ਵੀ ਹੋਵੇ, ਉਹਦੇ ਲਈ ਯੂਨੀਫਾਰਮ ਵੀ ਹੋਵੇ, ਕਿਤਾਬਾਂ ਵੀ ਹੋਣ। ਜੇ ਉਹ ਖਾਣਾ ਨਹੀਂ ਅਫੋਰਡ ਕਰਦਾ, ਉਹਦੇ ਲਈ ਖਾਣਾ ਵੀ ਹੋਵੇ, ਸਾਰਾ ਕੁਝ ਹੋਣਾ ਚਾਹੀਦਾ। ਇਹ ਪਰ ਸਕੂਲ ਬੰਦ ਕਰੀ ਜਾਂਦੇ ਆ। ਪੰਜਾਬ ਦੇ ਵਿੱਚ ਵੀ ਸੈਂਕੜੇ ਸਕੂਲ ਇਹਨਾਂ ਨੇ ਬੰਦ ਕੀਤੇ, ਸਕੂਲ ਬੰਦ ਜਿਹੜੇ ਹੈਗੇ ਹਾਇਰ ਐਜੂਕੇਸ਼ਨ ਵਾਲੇ ਪ੍ਰਾਈਵੇਟ ਕਰੀ ਜਾਂਦੇ ਆ। ਸੋ ਇਸ ਕਰਕੇ ਹੈਗਾ ਕਿ ਸਾਰਿਆਂ ਨੂੰ ਸਾਨੂੰ ਇਕੱਠੇ ਹੋਣਾ ਚਾਹੀਦਾ, ਸਾਨੂੰ ਦੇਖਣਾ ਚਾਹੀਦਾ ਕਿ ਇਹ ਜਿਹੜੇ ਲੋਕ ਹੈਗੇ ਆ, ਇਹ ਭਾਰਤ ਵਾਸਤੇ ਸਹੀ ਨਹੀਂ ਹੈ, ਸੰਵਿਧਾਨ ਵਾਸਤੇ ਵੀ ਸਹੀ ਨਹੀਂ ਹੈ। ਕੋਲ ਲੈ ਲਈਏ। ਥੈਂਕ ਯੂ ਜੀ, ਥੈਂਕ ਯੂ। ਹੈਲੋ ਜੀ, ਜੈ ਗੁਰਦੇਵ, ਜੈ ਭੀਮ, ਕੌਣ ਤੇ ਕਿੱਥੋਂ ਸਾਹਿਬ ਜੀ? ਹੈਲੋ ਜੀ, ਜੈ ਗੁਰਦੇਵ, ਜੈ ਭੀਮ, ਜੈ ਭਾਰਤ ਜੀ। ਪ੍ਰੇਮਾਨ ਜੀ, ਤੁਹਾਡਾ ਸਵਾਗਤ ਹੈ ਕਾਂਸ਼ੀ ਟੀਵੀ ਤੇ। ਠੀਕ ਠਾਕ ਹੋ ਜੀ? ਦੇਖੋ ਜੀ, ਇਹ ਜਿਹੜਾ ਹੁਣ ਮੁੱਦਾ ਹੈਗਾ ਨਾ, ਪਹਿਲੀ ਤੇ ਗੱਲ ਉਹ ਜਿਹੜਾ ਕਿਤੇ ਨਾ ਲਖੀਮਪੁਰ ਤੋਂ ਉਹ ਕਿਤੇ ਨਾ ਆਪਣੇ ਕਤਲ ਕੀਤਾ ਗਿਆ, ਅੱਜ ਹੀ ਕੱਲ ਦੀ ਗੱਲ ਹੈਗੀ ਆ। ਉੱਥੇ 3-4 ਲੇਡੀਆਂ ਜੀ, ਉਸੇ ਮਤਲਬ ਜਿੱਥੇ ਐਜੂਕੇਸ਼ਨ ਆਪਣੇ ਚੱਲ ਰਿਹਾ ਹੈ ਕਿਸਾਨਾਂ ਦਾ, 3-4 ਲੇਡੀਆਂ ਉੱਥੇ ਟੈਂਪਰ ਦੇ ਨਾਲ ਕੁਤਰੀਆਂ, ਮਤਲਬ ਉਹ ਉਹਨਾਂ ਦਾ ਕਤਲੇਆਮ ਕੀਤਾ ਗਿਆ। ਬਿਲਕੁਲ ਕੁਚਲੀਆਂ ਗਈਆਂ। ਦੇਖੋ ਇਹ ਜਿਹੜੇ ਇਸ ਵੇਲੇ ਨਾ ਇਹ ਹਨੇਰੀ ਚੱਲ ਰਹੀ ਹੈ ਨਾ ਭਾਰਤ ਦੇ ਵਿੱਚ ਜੀ,
ਸੰਵਿਧਾਨ ਦੀ ਕੋਈ ਕਦਰ ਨਹੀਂ ਹੈਗੀ, ਜਿੱਦਾਂ ਵੀ ਕੋਈ ਦਿਲ ਕਰਦਾ ਉਦਾਂ ਕਰ ਰਹੇ ਹੈਗੇ ਆ ਜੀ। ਬੀਜੇਪੀ ਵਾਲੇ ਇਦਾਂ ਕਰ ਰਹੇ ਆ। ਹੁਣ ਆਹ ਜਿਹੜਾ ਕਿਤੇ ਨਾ ਨਿਹੰਗ ਸਿੰਘਾਂ ਨੇ ਕੀਤਾ, ਅੱਜ ਕੱਲ ਪਰਸੋਂ ਦੀ ਯੂਪੀ ਦੀ ਗੱਲ ਹੈਗੀ ਆ। ਯੂਪੀ ਦੇ ਵਿੱਚ ਉੱਥੇ ਜਿੰਨੇ ਵੀ ਮੁਸਲਿਮ ਸੀਗੇ, ਪਤਾ ਨਹੀਂ ਮੈਨੂੰ ਟਾਊਨ ਦਾ ਨਾਮ ਭੁੱਲ ਗਿਆ, ਉਹਨਾਂ ਦੇ ਘਰਾਂ ਨੂੰ ਅੱਗਾਂ ਲਾ ਦਿੱਤੀਆਂ ਔਰ ਜੀਂਦੇ ਸਾੜੇ ਗਏ ਆ ਜੀ। ਕਾਨੂੰਨ ਨਾਂ ਦੀ ਕੋਈ ਉੱਥੇ ਕਿਤੇ ਨਾ ਸੰਵਿਧਾਨਿਕ ਜਿਹੜੀ ਕੋਈ ਵੀ ਲੋਕਾਂ ਦਾ ਹੱਕ ਉੱਥੇ ਇਸ ਵੇਲੇ ਉਹਦੀ ਕੋਈ ਖਿਆਲ ਨਹੀਂ ਕੀਤਾ ਜਾ ਰਿਹਾ। ਇਹ ਜਿਹੜੀ ਬੀਜੇਪੀ ਗਵਰਨਮੈਂਟ ਹੈ ਨਾ, ਇਹ ਤਾਂ ਸਿਰਫ ਬਜਰੰਗ ਦਲ ਹੋਰ ਇੰਨੇ ਜਿਹੜੀ ਇਹਨਾਂ ਦੇ ਹੈਗੇ ਆ ਸੈਕਸ਼ਨ ਹੈ ਨਾ, ਉਹ ਇਹ ਚਾਹੁੰਦੇ ਆ ਕਿ ਇਹਨਾਂ ਲੋਕਾਂ ਨੂੰ ਕਿਸ ਤਰ੍ਹਾਂ ਦਬਾ ਕੇ ਰੱਖਣਾ। ਬਿਲਕੁਲ ਸੰਵਿਧਾਨਕ ਹੱਕ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ, ਇਹ ਦੇਣੇ ਨਹੀਂ ਚਾਹੁੰਦੇ ਹੈਗੇ ਆ। ਕਿਉਂਕਿ ਇਸੇ ਉਹਦੇ ਵਿੱਚ ਕਸੂਰ ਜਿਹੜਾ ਸਾਡੇ ਜਿਹੜੇ ਅਸੀਂ ਮੂਲ ਨਿਵਾਸੀ ਜਾਂ ਬਹੁਜਨ ਦੇ ਲੋਕ ਹੈ ਨਾ, ਜਿਹਦੇ ਵਿੱਚ SC ST OBC ਆਉਂਦੇ ਆ ਨਾ, ਇਹਨਾਂ ਨੂੰ ਸਾਰਿਆਂ ਨੂੰ ਇੱਕੋ ਹੀ ਪਲੇਟਫਾਰਮ ਤੇ ਆਉਣਾ ਚਾਹੀਦਾ ਹੈਗਾ ਆ। ਤੇ ਇਸੇ ਕਰਕੇ ਕਿਸੇ ਨੂੰ ਇਕੱਲੇ ਨੂੰ ਕਰਕੇ ਇਹ ਮਾਰ ਰਹੇ ਆ ਇਸ ਵੇਲੇ, ਕਿਉਂਕਿ ਇਹਨਾਂ ਦਾ ਇੱਕੋ ਹੀ ਇੱਕ ਨਿਸ਼ਾਨਾ ਆ ਕਿ ਇਹਨਾਂ ਲੋਕਾਂ ਨੂੰ ਇਕੱਠੇ ਨਾ ਹੋਣ ਦਿਓ ਜੀ। ਅਗਰ ਇਹ ਲੋਕ ਇਕੱਠੇ ਹੋ ਜਾਣਗੇ ਤਾਂ ਸਾਡਾ ਪੱਤਾ ਇਹਨਾਂ ਨੇ ਸਾਫ਼ ਕਰ ਦੇਣਾ। ਸਾਨੂੰ ਉਹੀ ਜਿਹੜਾ ਕੰਮ ਇਹ ਲੋਕ ਕਰਦੇ ਤਾਂ ਸਾਨੂੰ ਕਰਨੇ ਪੈਣੇ ਆ। ਥੈਂਕ ਯੂ ਹਾਂਜੀ। ਤੇ ਇਹ ਜਿਹੜੀ ਚੀਜ਼ ਹੈਗੀ ਨਾ, ਤੁਸੀਂ ਬਹੁਤ ਅੱਛਾ ਮਤਲਬ ਪ੍ਰੋਗਰਾਮ ਲੈ ਕੇ ਆਉਂਦੇ ਆ ਤੇ ਬਹੁਤ ਹੀ ਅੱਛਾ ਜਾਣਕਾਰੀ ਦੇਣੀ ਚਾਹੀਦੀ। ਇਹਦਾ ਮਤਲਬ ਇੱਕੋ ਹੀ ਆ ਜਿਹੜਾ ਕਿ ਤੁਸੀਂ ਦੱਸਿਆ ਵੀ ਗਵਰਨਮੈਂਟ ਇਹ ਚੇਂਜ ਹੋਣੀ ਚਾਹੀਦੀ ਹੈ। ਬੀਜੇਪੀ ਤਾਂ ਕਦੇ ਵੀ ਪਾਵਰ ਦੇ ਵਿੱਚ ਨਹੀਂ ਹੋਣੀ ਚਾਹੀਦੀ। ਤੇ ਇਹ ਮੇਰਾ ਕਹਿਣਾ ਹੈਗਾ ਜੀ। ਬਾਕੀ ਲੋਕਾਂ ਨੂੰ ਆਪਣੇ ਆਪ ਸੁਧਰਨਾ ਚਾਹੀਦਾ ਹੈਗਾ, ਇਕੱਠੇ ਹੋਣਾ ਚਾਹੀਦਾ ਹੈਗਾ। ਥੈਂਕ ਯੂ ਪ੍ਰੇਮ ਜੀ, ਥੈਂਕ ਯੂ। ਪਿਆਰੇ ਦਰਸ਼ਕੋ, ਅਸੀਂ ਥੋੜ੍ਹਾ ਜਿਹਾ ਨਾ ਡਾਇਗਰੈਸ ਹੋ ਰਹੇ ਹਾਂ। ਇਸ਼ੂ ਜਿਹੜਾ ਹੈਗਾ ਉਹ ਤੋਂ ਥੋੜ੍ਹਾ ਜਿਹਾ ਅਸੀਂ ਇੱਕ ਪਾਸੇ ਨੂੰ ਜਾ ਰਹੇ ਹਾਂ ਕਿ ਜਿਹੜੀਆਂ ਕਾਮਨ ਹੈਗੀਆਂ ਗੱਲਾਂ ਅਸੀਂ ਉਹਦੇ 'ਤੇ ਆ ਗਏ ਹਾਂ। ਔਰ ਮੈਂ ਖਾਸ ਤੌਰ 'ਤੇ ਕਨਸੈਂਟਰੇਟ ਕਰਨਾ ਚਾਹੁੰਦਾ ਕਿ ਜਿਹੜਾ ਇਹ ਕਤਲ ਹੋਇਆ ਸਿੰਘੂ ਬਾਰਡਰ 'ਤੇ ਲਖਵੀਰ ਸਿੰਘ ਦਾ, ਭਈ ਉਹਦੇ ਜਿਹੜੇ ਸਵਾਲ ਸੀਗੇ ਪਹਿਲਾਂ ਵੀ ਉਹ ਕਿੱਦਾਂ ਆਇਆ, ਕਿਉਂ ਆਇਆ, ਕਿੱਥੇ ਆਇਆ ਔਰ ਉਹਦੇ ਪਿੱਛੇ ਸਾਜ਼ਿਸ਼ ਕੀ ਸੀ। ਦੇਖੋ ਇੱਕ ਮਿੰਟ, ਉਹਦੇ ਵਿੱਚ ਪਿਆਰੇ ਦਰਸ਼ਕੋ ਬਹੁਤ ਸਾਰੇ ਲੋਕ ਜਿਹੜੇ ਆ ਸੋਸ਼ਲ ਮੀਡੀਆ ਦੇ ਉੱਤੇ ਲਖਵੀਰ ਸਿੰਘ ਬਾਰੇ ਇਹ ਆ ਕਿ ਕੱਲੀ ਇਹੋ ਹੀ ਨਹੀਂ ਗੱਲ, ਸਾਰੀ ਉਹਦੀ ਕਹਾਣੀ ਬਣਾ ਕੇ ਇਹ ਆ ਲੋਕ ਨਿਚੋੜ ਕੱਢਦੇ ਆ ਕਿ ਜਿਹੜਾ ਕਿਸਾਨਾਂ ਦਾ ਅੰਦੋਲਨ ਹੈ ਉਹਨੂੰ ਸੈਬੋਟੇਜ ਕਰਨ ਲਈ, ਉਹਨੂੰ ਖਰਾਬ ਕਰਨ ਲਈ, ਖਲਲ ਪਾਉਣ ਲਈ ਦੇਖੋ ਕਿਸ ਤਰ੍ਹਾਂ ਜਿਹੜੇ ਇਨਸੀਡੈਂਟ ਹੋਏ ਆ। ਪਹਿਲਾਂ ਤਾਂ ਹੈਗਾ 25 ਜਨਵਰੀ ਨੂੰ ਉੱਥੇ ਸਿੰਘੂ ਬਾਰਡਰ ਦੇ ਉੱਤੇ 25 ਜਨਵਰੀ ਨੂੰ ਰਾਤ ਨੂੰ ਜਿਹੜੀ ਉਹਨਾਂ ਨੇ ਕਾਨਫਰੰਸ ਕੀਤੀ, ਕਿਉਂਕਿ 26 ਜਨਵਰੀ ਨੂੰ ਉਹਨਾਂ ਨੇ ਜਲੂਸ ਕੱਢਣਾ ਸੀਗਾ। 25 ਜਨਵਰੀ ਨੂੰ ਉਹਨਾਂ ਨੇ ਇੱਕ ਗਰੁੱਪ ਸੀਗਾ, ਉਹਨਾਂ ਨੇ ਸਟੇਜ ਦੀ ਟੇਕ ਓਵਰ ਕੀਤੀ, ਜਿਹਦੇ ਵਿੱਚ 2-3 ਆਦਮੀਆਂ ਦੇ ਨਾਂ, ਖਾਸ ਤੌਰ 'ਤੇ ਦੀਪ ਸਿੱਧੂ ਦਾ ਨਾਂ ਆਇਆ ਸੀਗਾ, ਹੋਰ ਕਿਸੇ ਦਾ ਨਾਂ ਨਹੀਂ ਮੈਂ ਲੈਂਦਾ, ਉਹ ਕੀਤੀ। ਔਰ ਉਸ ਤੋਂ ਬਾਅਦ ਜਿਸਲੇ ਜਲੂਸ ਦਾ ਰੂਟ ਜਿਹੜਾ ਸੀਗਾ ਉਹਨੂੰ ਰੂਟ ਨੂੰ ਜਿਹੜਾ ਧੱਕੇਸ਼ਾਹੀ ਕਰਕੇ ਕਿਲੇ ਤੱਕ ਲਿਜਾਣਾ, ਇਹ ਇੱਕ ਸਾਜ਼ਿਸ਼ ਦੀ ਜਿਹੜੀ ਆ ਇੱਕ ਲੜੀ ਸੀਗੀ, ਇੱਕ ਸਾਜ਼ਿਸ਼, ਕਿਉਂਕਿ ਉਹ ਰੂਟ ਨਹੀਂ ਉਹਨਾਂ ਨੂੰ ਮਿਲਿਆ ਸੀਗਾ। ਉਹ ਜਿਹੜੇ ਲਿਜਾਣੇ ਵਾਲੇ ਸੀਗੇ ਉਹਨਾਂ ਦੇ ਵਿੱਚ ਇੱਕ ਤੁਸੀਂ ਦੇਖਿਆ ਹੋਣਾ ਲਾਲ ਕਿਲੇ ਦੇ ਉੱਤੇ ਇੱਕ ਨਿਹੰਗ ਸਿੰਘ 2 ਤਲਵਾਰਾਂ ਜਿਹੜੀਆਂ ਉਹ ਘੁਮਾਉਂਦਾ ਸੀਗਾ। ਔਰ ਇੱਕ ਜਿਹੜੇ ਲੋਕ ਇਹ ਕਹਿੰਦੇ ਆ ਕਿ ਉਹ ਵੀ ਜਿਹੜਾ ਇਨਸੀਡੈਂਟ ਸੀਗਾ ਕਿ ਉੱਥੇ ਮਾਰ ਵੱਢ ਹੋ ਜਾਏ, 5-7 ਬੰਦੇ ਮਰ ਜਾਣ, ਇੱਧਰ ਉੱਧਰ ਹੋ ਜਾਣ, ਪੁਲਿਸ ਉਹਨਾਂ ਨੂੰ ਰੋਕੇ। ਪਰ ਇਹ ਆ ਕਿ ਚੰਗੀ ਗੱਲ ਇਹ ਹੋਈ ਕਿ ਕੋਈ ਜ਼ਿਆਦਾ ਜਿਹੜੀ ਘਟਨਾ ਨਹੀਂ ਹੋਈ ਜਿਹੜੀ ਸੀਰੀਅਸ, ਮਗਰ ਇਹ ਸੀਗੀ ਸਾਜ਼ਿਸ਼ ਕਿ ਇਹਨੂੰ ਬਿਲਕੁਲ ਅਨਰਕੀ ਬਣਾ ਦਿੱਤਾ ਜਾਵੇ, ਭਈ ਆਪਸ ਵਿੱਚ ਹੀ ਦੰਗੇ ਫਸਾਦ ਹੋਣ, ਪੁਲਿਸ ਦੇ ਨਾਲ ਇੱਦਾਂ ਹੋ ਜਾਏ, ਉਹਨਾਂ ਨਾਲ ਹੋ ਜਾਏ, ਹੈ ਜੀ। ਉਹ ਕਾਮਯਾਬ ਨਹੀਂ ਹੋਈ ਪਿਆਰੇ ਦਰਸ਼ਕੋ। ਉਸ ਤੋਂ ਬਾਅਦ ਇਹ ਕਿ ਗੌਰਮੈਂਟ ਨੇ ਦੇਖਿਆ ਕਿ ਇਹਨਾਂ ਨੂੰ ਜਾਣ ਦਿੰਦੇ ਆ ਉੱਥੇ, ਔਰ ਇਹ ਆ ਕਿ ਖੱਪ ਪਾਉਂਦੇ, ਉਹ ਵੀ ਸਾਡੀ ਜਿਹੜੀ ਸਾਜ਼ਿਸ਼ ਆ ਜਿਹੜੀ ਹੈਗੀ ਆ ਪਲਾਨ ਹੈ ਉਹ ਫੇਲ ਹੋ ਗਏ। ਫਿਰ ਉਹਨਾਂ ਨੇ ਤਾਰਾਂ ਬਣਨੀਆਂ ਸ਼ੁਰੂ ਕਰਤੀਆਂ, ਧਰਤੀ ਦੇ ਉੱਤੇ ਕੀਲਾਂ ਗੱਡਣੀਆਂ ਸ਼ੁਰੂ ਕਰ ਦਿੱਤੀਆਂ, ਉੱਥੇ ਪੱਥਰ ਲਾਉਣੇ ਸ਼ੁਰੂ ਕਰ ਦਿੱਤੇ ਕਿ ਇਹ ਉੱਪਰ ਦੀ ਆਉਗੇ ਤਾਂ ਪੁਲਿਸ ਤਾਂ ਮਿਲਟਰੀ ਦੇ ਨਾਲ ਇਹਨਾਂ ਦਾ ਮੁਕਾਬਲਾ ਹੋਊ। ਉਹ ਵੀ ਫੇਲ ਹੋ ਗਈ, ਉਹਨਾਂ ਨੇ ਇਹ ਕੰਮ ਨਹੀਂ ਕੀਤਾ। ਉਸ ਤੋਂ ਬਾਅਦ ਪਿਆਰੇ ਦਰਸ਼ਕੋ, ਜਿਹੜੇ ਕੁਛ ਨਹੀਂ ਹੋਇਆ ਤਾਂ ਲਖੀਮਪੁਰ ਖੇਰੀ ਵਾਲਾ ਜਿਹੜਾ ਹੈਗਾ, ਇਹ ਹਾਦਸਾ ਉਹਨਾਂ ਨੇ ਆਪ ਕੀਤਾ, ਜਿਹੜਾ ਸਾਹਮਣੇ ਆ ਰਿਹਾ ਕਿ ਮਿਨਿਸਟਰ ਦਾ ਮੁੰਡਾ ਵਿੱਚ ਹੈਗਾ, ਉਹਨਾਂ ਦੀਆਂ ਗੱਡੀਆਂ ਹੈਗੀਆਂ, 8 ਬੰਦੇ ਮਾਰ ਦਿੱਤੇ, ਗੱਡੀਆਂ ਉੱਤੇ ਚੜ੍ਹਾ ਕੇ, ਕਿਤੇ ਰਾਤ ਸੀਗੀ, ਦੇ ਨਹੀਂ ਸੀਗਾ,
ਔਰ ਜਿਸਲੇ ਹੁਣ ਗੌਰਮੈਂਟ ਦੇ ਉੱਤੇ ਇਸ ਗੱਲ ਦਾ ਜਿਹੜੇ ਇਲਜ਼ਾਮ ਆ ਰਹੇ ਆ, ਹਾਈ ਕੋਰਟ ਨੇ ਜਿਹੜਾ ਹੈਗਾ ਉਸ ਵੇਲੇ ਕਿਹਾ ਕਿ 26 ਤਰੀਕ ਤਾਈਂ, ਇਹਦੇ ਮਹੀਨੇ ਦੀ 26 ਤਰੀਕ ਤਾਈਂ 2 ਹਫ਼ਤਿਆਂ ਦੇ ਵਿੱਚ ਮੈਨੂੰ ਰਿਪੋਰਟ ਦਿਓ। ਉਹ ਜਿਹੜੀ ਰਿਪੋਰਟ ਪੂਰੀ ਨਹੀਂ ਉਹਨਾਂ ਤੋਂ ਹੋਈ। ਕੱਲ੍ਹ ਵੀ ਇਹ ਹੋਈ ਸੁਪਰੀਮ ਕੋਰਟ ਦੇ ਵਿੱਚ, ਉਹ ਕੇਸ ਗਿਆ ਪਿਆਰੇ ਦਰਸ਼ਕੋ ਲਖੀਮਪੁਰ ਦਾ, ਔਰ ਜਿਹੜਾ ਸੁਪਰੀਮ ਕੋਰਟ ਦਾ ਚੀਫ ਜਸਟਿਸ ਹੈ ਉਹਨੇ ਕਿਹਾ ਕਿ ਇੰਨੇ ਲੋਕ ਹਜ਼ਾਰਾਂ ਹੀ ਸੀਗੇ, ਤੁਸੀਂ 23 ਬੰਦੇ ਕਹਿੰਦੇ ਆ, ਉਹਦੇ ਵਿੱਚੋਂ 23 ਬੰਦਿਆਂ ਦੀ ਜਿਹੜੀ ਸਟੇਟਮੈਂਟਾਂ ਲੈ ਕੇ ਆਏ ਆ, ਤੁਹਾਨੂੰ ਇਹ 23 ਬੰਦਿਆਂ ਤੋਂ ਹੋਰ ਕੋਈ ਲੱਜਾ ਨਹੀਂ ਉੱਥੇ ਹੈ ਜੀ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹ ਕਹਿੰਦੇ ਆ, ਉਹਨਾਂ ਨੇ ਝਾੜਾਂ ਪਾਈਆਂ, ਕਹਿੰਦੇ ਜਾਓ ਤੁਹਾਨੂੰ 2-3 ਦਿਨ ਹੋਰ ਦਿੰਦੇ ਆ, ਹੋਰ ਜਿਹੜੀਆਂ ਗਵਾਹੀਆਂ ਇਕੱਠੀਆਂ ਕਰਕੇ ਸਾਡੇ ਕੋਲ ਜਿਹੜੀਆਂ ਹੈਗੀਆਂ ਵੀਡੀਓ ਕਲਿੱਪ ਹੈਗੇ ਇਕੱਠੇ ਕਰਕੇ ਉਹ ਸਾਡੇ ਮੂਹਰੇ ਫੇਰ ਪੇਸ਼ ਹੋਵੋ। ਦੇਖੋ ਉਸ ਗੱਲ ਦੇ ਉੱਤੇ ਗੌਰਮੈਂਟ ਜਿਹੜੀ ਸੀਗੀ, ਜਿਹਨੂੰ ਕਹਿੰਦੇ ਆ ਬੈਕਫੁੱਟ ਆ, ਗੌਰਮੈਂਟ ਦੇ ਉੱਤੇ ਹਮਲੇ ਹੋ ਰਿਹਾ ਸੀ ਕਿ ਗੌਰਮੈਂਟ ਦੀ ਨਾਕਾਮੀ ਆ, ਵਿੱਚ ਮਿਨਿਸਟਰ ਇਨਵੋਲਵ ਆ। ਹੁਣ ਆਇਆ ਜਿਹੜਾ ਦੁਸਹਿਰੇ ਵਾਲੇ ਦਿਨ, ਦੇਖੋ ਇਹ ਇੱਕ ਕੇਸ ਹੈਗਾ, ਔਰ ਉਹ ਇਹ ਆ ਕਿ ਉਹ ਬੰਦਾ ਜਿਹੜਾ ਉਹਦਾ ਝਟਕਾ ਕੀਤਾ ਜਿਹੜਾ ਕਦੀ ਪਿੰਡ ਤੋਂ 10 ਮੀਲ ਬਾਹਰ ਨਹੀਂ ਗਿਆ, ਜੇਬ 'ਚ ਦਵਾਨੀ ਨਹੀਂ ਉਹਦੇ, ਔਰ ਗੱਲਾਂ ਇਹ ਆ ਰਹੀਆਂ ਕਿ ਉਹ ਟੈਲੀਫੋਨ ਕਰਦਾ ਸੀਗਾ, ਸਿੱਧੂ ਸਾਹਿਬ ਸਾਰਾ ਕੁਝ ਠੀਕ ਹੋ ਜਾਊਗਾ, ਸੰਧੂ ਸਾਹਿਬ ਸਾਰਾ ਕੁਝ ਠੀਕ ਹੋ ਜਾਏਗਾ। ਇਹੋ ਜਿਹਾ ਵੀਡੀਓ ਕਲਿੱਪ ਜਿਹੜੇ ਵਾਇਰਲ ਹੋ ਰਿਹਾ, ਕਿਸੇ ਸੰਧੂ ਸਾਹਿਬ ਦਾ ਉਹ ਨਾਂ ਲੈ ਰਿਹਾ ਜੀ, ਔਰ ਬਹੁਤ ਸਾਰੇ ਘਰ ਦੇ ਦੱਸਦੇ ਵੀ ਸੰਧੂ ਸਾਹਿਬ ਨਾਲ ਹੀ ਗੱਲ ਕਰਦਾ, ਉਹਦੇ ਨਾਲ ਹੀ ਗੱਲ ਕਰਦੇ, ਮੈਂ ਬਹੁਤ ਵੱਡੇ ਬੰਦੇ ਨਾਲ ਗੱਲ ਕਰ ਰਿਹਾ ਕਿਸੇ ਨਾਲ, ਹਾਂ, ਔਰ ਮੇਰੇ ਸਾਰੇ ਮਸਲੇ ਹੱਲ ਹੋ ਜਾਣੇ ਆ, 2 ਦਿਨ ਤੁਸੀਂ ਠਹਿਰੋ। ਉਹਨੂੰ ਕਹਿੰਦੇ ਤੇਰੇ ਕੋਲ ਪੈਸਾ ਹੈ ਨਹੀਂਗਾ, ਤੇਰੇ ਗਰੀਬੀ ਹੈਗੀ ਆ, ਇਹ ਸਾਰੀ ਦੂਰ ਕਰ ਦੇਣੀ ਆ। ਔਰ ਉੱਥੇ ਦਾ ਜਿਹੜਾ ਸਰਪੰਚ ਆ, ਬੜੀ ਮਤਲਬ ਉਹਦੀ ਸੁਣਨੇ ਵਾਲੀ ਕਹਾਣੀ ਆ ਕਿ ਪਿੰਡ ਦੇ ਵਿੱਚ ਹਰ ਧਰਮ ਦੇ ਲੋਕ ਹੈਗੇ, ਇੱਕੋ ਇੱਕ ਹਿੰਦੂ ਫੈਮਿਲੀ ਆ, ਔਰ ਉਹਦੇ ਵਿੱਚੋਂ ਹੀ ਉਹਨੂੰ ਸਰਪੰਚ ਬਣਾਇਆ। ਕਹਿੰਦਾ 7 ਸਾਲ ਹੋਏ ਮੈਂ ਸਰਪੰਚ ਹਾਂ। ਦੇਖੋ ਨਾ, ਕੋਈ ਬਣ ਦਿੰਦਾ। ਕਹਿੰਦਾ ਸਾਡੇ ਪਿੰਡ ਦੇ ਵਿੱਚ ਇੰਨਾ ਇਕੱਠ ਹੈਗਾ ਕਿ ਕਿਤੇ ਨਹੀਂ ਹੈਗਾ, ਸਵਰਗ ਆ ਸਾਡਾ ਪਿੰਡ, ਹੈ ਜੀ। ਔਰ ਇਹ ਬੰਦੇ ਬਾਰੇ ਉਹ ਹੁਣ ਦੱਸਿਆ ਭਈ ਆਪਣਾ ਗੁਜ਼ਾਰਾ ਕਰਦਾ ਹੈ, ਰੋਟੀ ਪਾਣੀ ਇੱਥੋਂ ਲੈ ਕੇ ਉੱਥੇ ਲੈ ਕੇ ਖਾ ਲੈਂਦਾ ਹੈ, ਬੜਾ ਸਿੱਧਾ ਬੰਦਾ ਹੈ, ਭਈ ਇਹੋ ਜਿਹੀ ਗੱਲ ਉਹ ਨਹੀਂ ਕਰ ਸਕਦਾ। ਇਹ ਟੋਲੋ ਕਿਉਂ ਹੋਇਆ ਹੈ ਜੀ। ਔਰ ਇਹ ਬੜੀ ਵੱਡੀ ਜਿਹੜੀ ਸਾਜ਼ਿਸ਼ ਹੈ ਉਹ ਖੁਦ ਆਪ ਕਹਿੰਦਾ, ਪਰ ਇਹ ਨਹੀਂ ਪਤਾ ਵੀ ਉਸ ਬੰਦੇ ਨੂੰ ਪਿੰਡ ਤੋਂ ਕੌਣ ਲੈ ਕੇ ਗਿਆ। ਇਹ ਸਾਰੇ ਕਹਿੰਦੇ ਆ ਕਿ ਇਹਦੇ ਥੱਲੇ ਇੱਕ ਇਹ ਸਾਜ਼ਿਸ਼ ਹੈਗੀ ਕਿ ਕਤਲੋ ਗਾਰਤ ਹੋ ਜਾਏ, ਲੋਕ ਇੱਕ ਦੂਜੇ ਨੂੰ ਵੱਢਣਾ ਸ਼ੁਰੂ ਕਰ ਦੇਣ, ਇੱਕ ਦੂਜੇ 'ਤੇ ਹਮਲਾ ਕਰਨਾ ਸ਼ੁਰੂ ਕਰ ਦੇਣ, ਔਰ ਜਿਹੜੇ ਹੈਗੇ ਕਿਸਾਨ ਹੈਗੇ ਉਹ ਨਿਹੰਗਾਂ ਨਾਲ ਲੜ ਪੈਣ, ਨਿਹੰਗ ਸਿੰਘਾਂ ਨਾਲ, ਨਿਹੰਗ ਸਿੰਘ ਕਿਸਾਨਾਂ ਨਾਲ ਲੜ ਪੈਣ, ਔਰ ਪਿੰਡਾਂ ਦੇ ਵਿੱਚ ਇੱਕ ਦੂਜੇ ਦੇ ਉੱਤੇ ਤੋਹਮਤਾਂ ਲਾਉਣੀਆਂ ਸ਼ੁਰੂ ਕਰ। ਇਸੇ ਸਾਜ਼ਿਸ਼ ਦੇ ਅਧੀਨ ਲਖਵੀਰ ਸਿੰਘ ਨੂੰ ਤਾਂ ਬਲੀ ਦਾ ਬੱਕਰਾ ਬਣਾਇਆ ਗਿਆ। ਬਿਲਕੁਲ ਬਿਲਕੁਲ, ਹੈ ਜੀ। ਉਹਨੂੰ ਉੱਥੋਂ ਲੈ ਕੇ ਕਿਸੇ ਨੇ ਉਹਨੂੰ ਪਿਕ ਕੀਤਾ, ਕਿਸੇ ਨੇ ਉੱਥੇ ਲਿਆ, ਉੱਥੇ ਰੱਖਿਆ ਉਹਨੂੰ ਫਿਰ ਉੱਥੇ ਦੁਸਹਿਰੇ ਵਾਲੇ ਦਿਨ ਫਿਰ ਉਹਦਾ ਕਤਲ ਕੀਤਾ ਗਿਆ। 10 ਤਰੀਕ ਦਾ ਲਿਆਂਦਾ ਹੈ। ਔਰ ਉਹ ਕੀਤਾ ਵੀ ਇੱਦਾਂ ਜਦੋਂ ਤਾਲਿਬਾਨੀ ਕਰਦੇ ਹੁੰਦੇ। ਬਿਲਕੁਲ ਬਿਲਕੁਲ, ਮਤਲਬ ਉਸ ਤਰੀਕੇ ਦਾ ਆਮ ਆਪਾਂ ਦੇਖਦੇ ਕਿ ਜੇ ਜਿਸ ਨਿਹੰਗ ਸਿੰਘ ਵੀ ਕਰਦੇ ਤਾਂ ਝਟਕਾ ਕਰਦੇ ਆ। ਬਿਲਕੁਲ ਬਿਲਕੁਲ, ਕਿਹਨੇ ਮਾਰਨਾ ਵੀ ਤਾਂ ਇਹਦਾ ਤਸੀਹੇ ਦੇ ਕੇ ਨਹੀਂ ਮਾਰਦੇ ਕੋਈ ਵੀ। ਔਰ ਖਾਸ ਕਰਕੇ ਜਿਹੜੇ ਸਿੱਖੀ ਨੂੰ ਮੰਨਣ ਵਾਲੇ ਆ, ਗੁਰੂ ਨਾਨਕ ਦੇਵ ਜੀ ਨੂੰ ਮੰਨਣ ਵਾਲੇ ਹੈਗੇ ਆ, ਬਿਲਕੁਲ ਉਹ ਤਾਂ ਮਤਲਬ ਦਇਆ ਵਾਲੇ ਬੰਦੇ, ਦਇਆ ਕਰਨ ਵਾਲੇ, ਬਿਲਕੁਲ ਬਿਲਕੁਲ, ਸਰਬੱਤ ਦਾ ਭਲਾ ਮੰਗਣ ਵਾਲੇ, ਉਹਨੀ ਥੋੜੀ ਮਤਲਬ ਇੱਕ ਸਾਜ਼ਿਸ਼ ਦੇ ਅਧੀਨ ਸਾਰਾ ਕੁਛ ਲੱਗਦਾ ਜੋ ਹੋਇਆ ਹੈਗਾ। ਹਿੰਦੂ ਕਹੇ ਤਾਂ ਮਾਰੀਏ, ਮੁਸਲਮਾਨ ਵੀ ਨਾ, ਹੈ ਜੀ। 5 ਤੱਤ ਕਾ ਪੂਤਲਾ, ਨਾਨਕ ਮੇਰਾ ਨਾਮ, ਹੈ ਜੀ। ਤੇ ਪਿਆਰੇ ਦਰਸ਼ਕੋ, ਇੱਕ ਗੱਲ ਹੋਰ ਆਈ ਆ, ਇਹਦਾ ਰਿਐਕਸ਼ਨ ਜਿਹੜਾ ਸਿੰਘੂ ਬਾਰਡਰ ਤੇ ਇਹ ਕਤਲੇਆਮ ਹੋਇਆ, ਉਹਦਾ ਰਿਐਕਸ਼ਨ ਜਿਹੜਾ ਇੱਕ ਹੋਰ ਆ ਰਿਹਾ ਦਵਿੰਦਰ ਜੀ, ਇੱਕ ਜਿਹਨੂੰ ਕਹਿੰਦੇ ਸਮੋਲ ਪ੍ਰਿੰਟ ਆ, ਉਹ ਤੁਸੀਂ ਪੜ੍ਹੋ ਜਾਂ ਦੇਖੋ ਸੋਸ਼ਲ ਮੀਡੀਆ 'ਤੇ। ਉਹ ਇਹ ਆ ਕਿ ਕਈ ਮਤਲਬ ਸਿੱਖ ਜਿਹੜੇ ਹੈਗੇ ਆ, ਸਿੱਖੀ ਨੂੰ ਮੰਨਣ ਵਾਲੇ ਬਹੁਤ ਸਾਰੇ ਸ਼ਰਧਾਲੂ ਆ, ਉਹਨਾਂ ਦਾ ਮਨ ਬਹੁਤ ਦੁਖੀ ਹੋਇਆ। ਬਿਲਕੁਲ। ਔਰ ਸਿੱਖੀਜ਼ਮ ਦੇ ਵਿੱਚ, ਸਿੱਖਾਂ ਦੇ ਵਿੱਚ ਇੱਕ ਤੇੜ ਜਿਹੀ ਆ ਗਈ। ਉਹ ਕਹਿੰਦੇ ਵੀ ਜੇ ਇਹ ਸਿੱਖੀਜ਼ਮ ਦਾ ਇਹ ਅਸੂਲ ਆ, ਇੱਕ ਮਿੰਟ ਜੀ, ਤੇ ਮੈਂ ਇਹ ਮੰਨਣ ਲਈ ਤਿਆਰ ਨਹੀਂ। ਮੈਂ ਵੀਡੀਓ ਦੇਖੀਆਂ ਪਿਆਰੇ ਦਰਸ਼ਕੋ, ਜਿਹੜੇ ਸਿੱਖ ਇਹ ਕਹਿੰਦੇ ਆ ਕਿ ਮੈਂ ਸਿੱਖ ਸੀਗਾ, ਮੈਂ ਹੁਣ ਸਿੱਖ ਨਹੀਂ ਰਹਿਣਾ, ਮੈਂ ਆਪਣੇ ਬੱਚਿਆਂ ਨੂੰ ਇਹ ਨਹੀਂ ਬਣਾਉਣਾ, ਬੱਚਿਆਂ ਨੂੰ ਨਹੀਂ ਪੜ੍ਹਾਉਣਾ। ਬਾਹਰਲੇ ਮੁਲਕਾਂ ਤੋਂ ਵੀ, ਇੰਡੀਆ ਤੋਂ ਵੀ ਇਹੋ ਜਿਹੀਆਂ ਗੱਲਾਂ ਉਹਨਾਂ ਨੇ ਭੇਜੀਆਂ ਕਿ ਮੈਂ ਬੱਚਿਆਂ ਨੂੰ ਇਹ ਫਿਲਮ ਨਹੀਂ ਦਿਖਾਉਣੀ ਚਾਹੁੰਦਾ।
ਭਈ ਬੱਚੇ ਮੇਰੇ ਦੇਖ ਕੇ ਡਰ ਜਾਓਗੇ, ਕਹੋਗੇ ਵੀ ਹੈ ਇੰਨਾ ਹੌਰੇਬਲ ਇਦਾਂ ਦੇ ਹੁੰਦੇ ਕਦੇ ਸਿੱਖਿਜ਼ਮ। ਔਰ ਕਈਆਂ ਨੇ ਇਹ ਆ ਕਿ ਵੀਡੀਓ ਪਾਈਆਂ ਕਿ ਮੈਂ ਆਪਣਾ ਦਸਤਾਰ ਉਤਾਰਦਾ ਔਰ ਆਪਣੇ ਉਹ ਖੁਦ ਆਪ ਕੈਂਚੀ ਫੜ ਕੇ, ਇਹ 2-3 ਵੀਡੀਓ ਇਹੋ ਜਿਹੀਆਂ ਆਈਆਂ, ਕੈਂਚੀ ਫੜ ਕੇ ਉਹਨੇ ਆਪਣੇ ਜਿਹੜੇ ਆ ਕੇਸ ਜਿਹੜੇ ਆ ਉਹ ਵੀ ਉਹਨੂੰ ਕਤਰ ਦਿੱਤੇ। ਭਈ ਮੈਂ ਸਿੱਖੀਜ਼ਮ ਦੇ ਵਿੱਚ ਜੇ ਮੈਨੂੰ ਕੱਲ੍ਹ ਨੂੰ ਲੋਕ ਜਾਂਦੇ ਨੂੰ ਕਹੋਗੇ ਕਿ ਇਹ ਬੰਦਾ ਮਾਰਿਆ ਸੀ, ਇੱਦਾਂ ਵੱਢਿਆ ਸੀ, ਆਹ ਵੀ ਉਹਨਾਂ ਦੇ ਨਾਲ ਦਾ ਹੋਣਾ, ਆਹ ਵੀ ਇਹਨਾਂ ਦੇ ਨਾਲ ਦਾ ਹੋਣਾ, ਕਹਿੰਦਾ ਮੈਂ ਇਹ ਨਹੀਂ ਕਹਾਉਣਾ, ਮੈਂ ਬਿਲਕੁਲ ਲਾਂਭੇ ਹੋ ਜਾਣਾ। ਸੋ ਇੱਕ ਸਿੱਖੀਜ਼ਮ ਨੂੰ ਵੀ ਧੱਕਾ ਲੱਗਾ, ਸਿੱਖੀਜ਼ਮ ਨੂੰ ਬਦਨਾਮ ਕਰਨ ਵਾਸਤੇ, ਸਿੱਖੀ ਨੂੰ ਬਦਨਾਮ ਕਰਨ ਵਾਸਤੇ ਇੱਕ ਸਾਜ਼ਿਸ਼ ਲੱਗਦੀ ਹੈ ਵੀ ਹੋ ਸਕਦੀ ਹੈ। ਮਤਲਬ ਕਈ ਪਹਿਲੂ ਹੈਗੇ ਇਹਦੇ, ਔਰ ਸਾਨੂੰ ਸਾਰਿਆਂ ਨੂੰ ਇਹ ਤੋਂ ਸੁਚੇਤ। ਔਰ ਬਦਨਾਮ ਕਰਨ ਵਾਲੇ ਕੌਣ ਆ? ਦੇਖੋ ਇੱਕ ਮਿੰਟ, ਸੌਰੀ ਮੈਂ ਫੇਰ ਰੋਕਦਾ। ਬਦਨਾਮ ਕਰਨ ਵਾਲੇ ਕੌਣ ਆ? ਜਿਨ੍ਹਾਂ ਦਾ ਆਗੂ ਹੈਗਾ ਜਿਹੜਾ ਬਾਬਾ ਅਮਨ ਸਿੰਘ ਕਹਿੰਦੇ ਆ ਜੀ, ਬਾਬਾ ਅਮਨ ਸਿੰਘ, ਉਹਦੀ ਕਹਾਣੀ ਉਹ ਦੇਖੋ, ਤੁਸੀਂ ਸਾਰਿਆਂ ਨੇ ਦੇਖੀ ਆ ਉਹਦੀ ਕਹਾਣੀ। ਪਿਆਰੇ ਦਰਸ਼ਕੋ, 9 ਕੁਇੰਟਲ ਗਾਂਜਾ ਨਾਲ ਉਹਦੀ ਇੱਕ ਟੀਮ, ਇਹ ਜੇਲ੍ਹ ਦੇ ਵਿੱਚ ਸੀ, ਪਟਿਆਲਾ ਜੇਲ੍ਹ ਦੇ ਵਿੱਚ। ਉਹ 9 ਕੁਇੰਟਲ ਗਾਂਜੇ ਦੇ ਕਸੂਰ ਦੇ ਵਿੱਚ, ਜ਼ੁਲਮ ਦੇ ਵਿੱਚ ਇਹ ਫੜਿਆ ਗਿਆ ਇੱਕ। ਔਰ ਦੂਸਰਾ ਇਹ ਆ ਕਿ ਰਾਮਾ ਮੰਡੀ ਜਲੰਧਰ, ਇੰਟਰਨੈਟ 'ਤੇ ਜਾਓ ਤੁਸੀਂ, ਉਹਦੇ 'ਤੇ ਲਿਖਿਆ ਹੈ ਰਾਮਾ ਮੰਡੀ ਜਲੰਧਰ, ਉਹਦੇ ਖਿਲਾਫ 3 ਕੇਸ ਜਿਹੜੇ ਆ ਕਤਲ ਦੇ ਆ, ਜਿਹਨੂੰ ਬਾਬਾ ਅਮਨ ਸਿੰਘ ਕਹਿੰਦੇ ਆ। 3 ਕਤਲ ਦੇ ਕੇਸ ਆ। ਉਹ ਹਾਲੇ ਉਹਨਾਂ ਲਈ ਉਹ ਜ਼ਮਾਨਤਾਂ 'ਤੇ ਆ, ਤਰੀਕਾਂ ਭੁਗਤਦੇ ਆ। 2 ਕੇਸ ਜਿਹੜੇ ਆ, ਇੱਕ ਡਰੱਗਸ ਦਾ ਔਰ 3 ਕੇਸ ਕਤਲ ਦੇ ਆ। ਔਰ ਚੌਥਾ ਕੇਸ ਜਿਹੜਾ ਆ ਬਣਾ ਲਿਆ ਪਿਆਰੇ ਦਰਸ਼ਕੋ, ਹੈ ਜੀ। ਔਰ ਆਪਣੇ ਆਪ 'ਚ ਉਹ ਕੀ ਅਚੀਵ ਕਰਨਾ ਚਾਹੁੰਦਾ? ਮਾਰਟਰ ਬਣਨਾ ਚਾਹੁੰਦਾ, 11ਵਾਂ 12ਵਾਂ 14ਵਾਂ ਗੁਰੂ ਬਣਨਾ ਚਾਹੁੰਦਾ। ਇਹੋ ਜਿਹੇ ਕਤਲ ਕਰਕੇ ਜਿਹੜੇ ਕਿ ਦਰਦਨਾਕ ਆ, ਜਿਨ੍ਹਾਂ ਦਾ ਕੋਈ ਇਨਸਾਫ ਨਹੀਂ ਹੈਗਾ। ਹਾਂਜੀ, ਸੌਰੀ, ਦੈਟਸ ਬੈਡ। ਹੁਣ ਆਪਣਾ ਟਾਈਮ ਹੋ ਚੱਲਿਆ ਹੈਗਾ। ਸੋ ਹੁਣ ਤਾਂ ਇਹੀ ਹੈ ਕਿ ਆਪਾਂ ਨੂੰ ਜਿਹੜੇ ਲੋਕ ਹੈਗੇ ਆ, ਜਿਹੜੇ ਇਨਸਾਨੀਅਤ ਦੇ ਨਾਲ ਖੜਨ ਵਾਲੇ ਲੋਕ ਹੈਗੇ ਆ, ਉਹਨਾਂ ਨੂੰ ਸੁਚੇਤ ਹੋ ਕੇ, ਇਕਜੁੱਟ ਹੋ ਕੇ ਸੰਵਿਧਾਨ ਨੂੰ ਬਚਾਉਣਾ ਚਾਹੀਦਾ। ਬਿਲਕੁਲ, ਮਾਨਵਤਾ ਨੂੰ, ਇਨਸਾਨੀਅਤ ਨੂੰ ਬਚਾਉਣਾ ਚਾਹੀਦਾ। ਔਰ ਦੋਸਤ ਔਰ ਦੁਸ਼ਮਣ ਦੀ ਪਹਿਚਾਣ ਕਰਨੀ ਚਾਹੀਦੀ ਹੈ। ਸਭ ਤੋਂ ਵੱਡੀ ਗੱਲ ਹੈ, ਕੱਲ ਸੁਪਰੀਮ ਕੋਰਟ ਨੇ ਦਿੱਤਾ ਕਿ ਜਿਹੜਾ ਪੈਗਾਸਸ ਸਪਾਈਵੇਅਰ ਸੀਗਾ ਜੀ, ਉਹਨੂੰ ਸਰਕਾਰ ਕਿੱਦਾਂ ਸਾਬੋਟੇਜ ਕਰਦੀ ਸੀਗੀ ਜੀ। ਸੁਪਰੀਮ ਕੋਰਟ ਨੇ ਕਿਹਾ ਕਿ ਇਹ ਜਿਹੜਾ ਤੁਹਾਨੂੰ ਪਤਾ ਪੈਗਾਸਸ ਜਿਹੜਾ ਸਪਾਈਵੇਅਰ ਇਜ਼ਰਾਈਲ ਦੀ ਇੱਕ ਕੰਪਨੀ ਨੇ ਬਣਾਇਆ। ਔਰ ਉਹਦੇ ਨਾਲ ਇੱਦਾਂ ਹੈ ਕਿ ਜੇ ਮਤਲਬ ਟੈਲੀਫੋਨ ਤੁਹਾਡੇ ਕੋਲ ਇੱਥੇ ਪਿਆ ਨਾ, ਮੋਬਾਈਲ ਇੱਥੇ ਪਿਆ, ਤੁਹਾਡੀ ਬਿਨਾਂ ਜਾਣਕਾਰੀ ਤੋਂ ਇਹਦੇ ਵਿੱਚ ਕੀ ਹੈਗਾ, ਕਿੰਨੇ ਲਿੰਕ ਹੈਗੇ ਆ, ਇਹਦੇ ਵਿੱਚ ਕੀ ਇਨਫੋਰਮੇਸ਼ਨ ਹੈਗੀ ਆ, ਉਹ ਜਿਹੜੀ ਸਪਾਈਵੇਅਰ ਨਾਲ ਉਹ ਲੈ ਸਕਦੇ ਆ। ਔਰ ਤਕਰੀਬਨ 300 ਤੋਂ ਵੱਧ ਜਿਹੜੇ ਆਪੋਜੀਸ਼ਨ ਦੇ ਲੀਡਰ, ਉਹਨਾਂ ਦੀ ਜਸੂਸੀ ਕਰਕੇ ਉਹ ਗਾਹਾਂ ਪਹੁੰਚਾਉਂਦੇ ਸਰਕਾਰ ਨੂੰ। ਔਰ ਜਿਹੜੇ ਆਪੋਜੀਸ਼ਨ ਵੀ ਔਰ ਸੁਪਰੀਮ ਕੋਰਟ ਵੀ ਇਹ ਪੁੱਛਦੀ ਆ ਵੀ ਕੀ ਗਵਰਨਮੈਂਟ ਨੇ ਸਪਾਈਵੇਅਰ ਬਾਈ ਕੀਤਾ ਕਿ ਨਹੀਂ ਕੀਤਾ, ਕਰਕੇ ਇਜ਼ਰਾਈਲ ਦੀ ਕੰਪਨੀ ਉਹ ਜਿਹੜੀ ਹੈਗੀ ਆ, ਉਹ ਕਹਿੰਦੀ ਕਿ ਅਸੀਂ ਸਿਰਫ ਸਰਕਾਰਾਂ ਨੂੰ ਦਿੰਦੇ ਆ ਕਿ ਸਰਕਾਰਾਂ ਨੂੰ ਉਹਦੇ ਤੋਂ ਬੈਨੀਫਿਟ ਹੋ ਸਕੇ। ਬਹੁਤ ਖਤਰਨਾਕ ਮੂਵ ਆ ਔਰ ਬਹੁਤ ਹੈਗਾ। ਪਰ ਹੁਣ ਜਿਹੜੀ ਸੁਪਰੀਮ ਕੋਰਟ ਕਹਿੰਦੀ ਹੈ ਕਿ ਜੇ ਮਤਲਬ ਜਿਹੜੀ ਗਵਰਨਮੈਂਟ ਆ, ਉਹ ਕਹਿੰਦੀ ਜੀ ਅਸੀਂ ਕਰਕੇ ਨੈਸ਼ਨਲ ਸਿਕਿਉਰਿਟੀ ਦਾ ਕਾਰਨ ਅਸੀਂ ਇਹ ਦੱਸ ਨਹੀਂ ਸਕਦੇ ਜੀ ਵੀ ਅਸੀਂ ਲਈ ਆ ਜਾਂ ਨਹੀਂ ਲਈ ਆ, ਜਾਂ ਕਿਹਦੀ ਸਪਾਈ ਕੀਤੀ ਆ। ਔਰ ਸੁਪਰੀਮ ਕੋਰਟ ਕਹਿੰਦੀ ਇਹ ਜਿਹੜਾ ਹੈਗਾ, ਇਹ ਲੋਕਾਂ ਦੀ ਜਿਹੜੀ ਆਪਣੇ ਉਹਨਾਂ ਦੀ ਪ੍ਰਾਈਵੇਸੀ ਹੈਗੀ ਆ, ਉਹਦੇ ਉੱਤੇ ਹਮਲਾ ਆ। ਬਿਲਕੁਲ। ਇਹਦੇ ਬਾਰੇ ਸਾਨੂੰ ਉਹਨਾਂ ਨੇ ਹੁਣ 3 ਕਮੇਟੀ ਮੈਂਬਰਾਂ ਦੀ ਕਮੇਟੀ ਬਣਾਈ ਆ, ਔਰ ਉਹਨਾਂ ਨੂੰ 8 ਹਫ਼ਤੇ ਦਿੱਤੇ ਆ ਕਿ ਤੁਸੀਂ ਇਹਦੀ ਰਿਪੋਰਟ ਜਿਹੜੀ ਹੈਗੀ ਆ ਕੇ ਲਿਆਓ, ਤਾਂ ਗਵਰਨਮੈਂਟ ਜਿਹੜੀ ਹੈਗੀ ਆ ਕੇ ਦੱਸੇ। ਤੇ ਇਸ ਤਰੀਕੇ ਨਾਲ ਮਤਲਬ ਸਰਕਾਰ ਜਿਹੜੀ ਹੈਗੀ ਆ ਭਰੋਸੇ ਵਾਲੀ ਨਹੀਂ ਹੈ। ਪਤਾ ਨਹੀਂ ਪਿਆਰੇ ਦਰਸ਼ਕੋ, ਟਾਈਮ ਹੋ ਗਿਆ। ਜਿਹੜੇ ਸਵਾਲ ਅਸੀਂ ਤੁਹਾਡੇ ਸਾਹਮਣੇ ਰੱਖੇ ਆ, ਉਹਨਾਂ ਦਾ ਜਵਾਬ ਸਾਡੇ ਕੋਲ ਵੀ ਹੈ ਨਹੀਂ। ਤੁਸੀਂ ਵੀ ਟੋਲੋ, ਅਸੀਂ ਵੀ ਟੋਲੀਏ। ਹੋ ਸਕਦਾ ਅਗਲੇ ਹਫ਼ਤੇ ਤੱਕ ਉਹ ਜਿਹੜੀ ਬਹੁਤ ਗੁੱਥੀ ਹੈਗੀ ਆ, ਘੁੱਟ ਕੇ ਬੰਨੀ ਆ, ਉਹ ਖੁੱਲ੍ਹ ਜਾਵੇ ਔਰ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਸੱਚ ਕੀ ਆ, ਝੂਠ ਕੀ ਆ। ਔਰ ਇਹੋ ਜਿਹਾ ਪ੍ਰੋਗਰਾਮ ਲੈ ਕੇ ਅਸੀਂ ਤੁਹਾਡੇ ਸਾਹਮਣੇ ਫਿਰ ਪੇਸ਼ ਹੋਵਾਂਗੇ। ਔਰ ਭੁੱਲਣਾ ਨਹੀਂ ਕਿ 30 ਤਰੀਕ ਨੂੰ ਸੋਸ਼ਲ ਈਵਨਿੰਗ ਹੈ, ਡਾਂਸ ਐਂਡ ਡਿਨਰ ਹੈ ਡੱਲੀ ਰੋਡ 'ਤੇ, ਉਹ ਬਿਲਕੁਲ ਨਹੀਂ ਭੁੱਲਣਾ। ਹੁਣ ਸਾਨੂੰ ਦਿਓ ਇਜਾਜ਼ਤ। ਸਾਡੇ ਦੋਹਾਂ ਵੱਲੋਂ ਪ੍ਰੇਮ ਭਰੀ ਜੈ ਗੁਰਦੇਵ, ਜੈ ਭੀਮ, ਜੈ ਭਾਰਤ।
ਥੈਂਕ ਯੂ ਤੁਹਾਡਾ ਪਾਰਟਿਸਿਪੇਟ ਕਰਨ ਦਾ। ਇਸੇ ਤਰ੍ਹਾਂ ਸਾਡਾ ਸਾਥ ਦਿੰਦੇ ਰਹੋ ਔਰ ਅਸੀਂ ਵਧੀਆ ਤੋਂ ਵਧੀਆ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ। ਥੈਂਕ ਯੂ।